Students, my name Dheeraj Sharma, science teacher, Government Senior Secondary School, Panuki, Kapurthala. Students, ਅੱਜ ਅਸੀਂ ਕਲਾਸ 10ਵੀਂ ਦਾ ਸਾਇੰਸ ਵਿਸ਼ੇ ਨਾਲ ਸੰਬੰਧਿਤ ਪਹਿਲਾ ਚੈਪਟਰ ਪੜ੍ਹਨ ਜਾ ਰਹੇ ਹਾਂ। ਇਸ ਚੈਪਟਰ ਦਾ ਨਾਮ ਆ ਬੱਚਿਓ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ, ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ। ਬੱਚਿਓ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ ਚੈਪਟਰ ਪੜ੍ਹਨ ਤੋਂ ਪਹਿਲਾਂ ਤੁਸੀਂ 8ਵੀਂ ਕਲਾਸ ਦੇ ਵਿੱਚ ਰਸਾਇਣਿਕ ਪਰਿਵਰਤਨ ਜਾਂ ਕੈਮੀਕਲ ਚੇਂਜਸ ਦੇ ਬਾਰੇ ਪੜ੍ਹ ਚੁੱਕੇ ਹੋ। ਇਹੀ ਕੈਮੀਕਲ ਚੇਂਜਸ ਨੂੰ ਦੁਬਾਰਾ ਤੋਂ ਅਗਰ ਅਸੀਂ ਰਿਵਾਈਜ਼ ਕਰ ਲਈਏ ਤਾਂ ਕੈਮੀਕਲ ਚੇਂਜ ਉਹ ਚੇਂਜਸ ਹੁੰਦੇ ਸੀ ਜਿਹਦੇ ਵਿੱਚ ਕੋਈ ਇੱਕ ਨਵਾਂ ਪ੍ਰੋਡਕਟ ਫਾਰਮ ਹੁੰਦਾ ਹੋਵੇ। ਜਿਵੇਂ ਕਿ ਇੱਥੇ ਦੁੱਧ ਤੋਂ ਦਹੀਂ ਬਣਦਾ ਪਿਆ, ਮਿਲਕ ਚੇਂਜਸ ਟੂ ਕਰਡ, ਤਾਂ ਕਰਡ ਇੱਕ ਨਵਾਂ ਪ੍ਰੋਡਕਟ ਆ। ਦੂਸਰੇ ਪਾਸੇ ਜਿਹੜਾ ਕੈਮੀਕਲ ਚੇਂਜ ਹੁੰਦਾ ਸੀਗਾ ਉਹ ਮੁੜਵਾਂ ਪਰਿਵਰਤਨ ਨਹੀਂ ਹੁੰਦਾ ਸੀਗਾ, ਮਤਲਬ ਇਹੋ ਜਿਹੇ ਜਿਹੜੇ ਚੇਂਜਸ ਹੁੰਦੇ ਆ ਉਹ ਇਰਰਿਵਰਸੀਬਲ ਹੁੰਦੇ, ਮਤਲਬ ਦੁਬਾਰਾ ਤੋਂ ਕਰਡ ਜਿਹੜਾ ਉਹ ਦੁੱਧ ਦੇ ਵਿੱਚ ਕਨਵਰਟ ਨਹੀਂ ਹੋ ਸਕਦਾ। ਦੂਸਰੇ ਪਾਸੇ ਬੱਚਿਓ ਸਾਡੇ ਕੋਲ ਹੋਰ ਉਦਾਹਰਨ ਹੈਗੀ ਹੈ ਡਾਈਜੈਸ਼ਨ ਆਫ ਫੂਡ। ਜਿਹੜਾ ਅਸੀਂ ਭੋਜਨ ਖਾ ਲਿਆ ਉਹਦੇ ਵਿੱਚੋਂ ਜਿਹੜੇ ਨਿਊਟਰੀਐਂਟਸ ਸਾਡੀ ਬੋਡੀ ਨੇ ਸੋਖ ਲਏ ਆ, ਉਹ ਵੀ ਇੱਕ ਰਸਾਇਣਿਕ ਪਰਿਵਰਤਨ ਹੀ ਹੈ। ਤੀਸਰੇ ਪਾਸੇ ਸਾਡੇ ਕੋਲ ਹੈਗਾ ਫੋਟੋਸਿੰਥੇਸਿਸ ਇਨ ਪਲਾਂਟਸ, ਪ੍ਰਕਾਸ਼ ਸੰਸਲੇਸ਼ਨ ਜਿਹੜਾ ਪੇੜ ਪੌਦਿਆਂ ਦੇ ਵਿੱਚ ਹੁੰਦਾ ਆ। ਹੁਣ ਤੁਹਾਨੂੰ ਬੱਚਿਓ ਇਹ ਵੀ ਪਤਾ ਕਿ ਪੇੜ ਪੌਦਿਆਂ ਦੇ ਵਿੱਚ ਹਰੇ ਪੇੜ ਪੌਦਿਆਂ ਦੇ ਵਿੱਚ ਪੱਤਿਆਂ ਦੇ ਵਿੱਚ ਉਹਨਾਂ ਦੇ ਕਲੋਰੋਫਿਲ ਮੌਜੂਦ ਹੁੰਦਾ ਆ। ਪੱਤੇ ਕਲੋਰੋਫਿਲ ਅਤੇ ਸੂਰਜ ਦੀ ਰੋਸ਼ਨੀ ਦਾ ਮਤਲਬ ਉਪਯੋਗ ਕਰਕੇ ਪਾਣੀ ਤੇ ਕਾਰਬਨ ਡਾਈਆਕਸਾਈਡ ਦਾ ਵੀ ਉਪਯੋਗ ਕਰਕੇ ਆਪਣਾ ਭੋਜਨ ਮਤਲਬ ਗਲੂਕੋਜ਼ ਤੇ ਆਕਸੀਜਨ ਗੈਸ ਬਣਾਉਂਦੇ। ਇਸ ਕਿਰਿਆ ਨੂੰ ਅਸੀਂ ਪ੍ਰਕਾਸ਼ ਸੰਸਲੇਸ਼ਨ ਕਿਰਿਆ ਵੀ ਕਹਿੰਦੇ ਸੀਗੇ। ਤੇ ਹੁਣ ਹੈ ਕੀ ਹੋਇਆ ਕਿ ਇੱਥੇ ਕੀ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੌਰਾਨ ਇੱਕ ਗਲੂਕੋਜ਼ ਤੇ ਆਕਸੀਜਨ ਗੈਸ ਜਿਹੜੀ ਆ ਉਹ ਨਵਾਂ ਪ੍ਰੋਡਕਟ ਬਣਦੇ ਪਿਆ। ਕਿਹਦੇ ਤੋਂ ਬਣੇ ਆ? ਪਾਣੀ, ਕਾਰਬਨ ਡਾਈਆਕਸਾਈਡ, ਇਹ ਚੀਜ਼ਾਂ ਤੋਂ ਇੱਕ ਨਵਾਂ ਪ੍ਰੋਡਕਟ ਬਣ ਗਿਆ ਗਲੂਕੋਜ਼ ਤੇ ਆਕਸੀਜਨ ਗੈਸ। ਤਾਂ ਬੱਚਿਓ ਇੱਕ ਨਵਾਂ ਪ੍ਰੋਡਕਟ ਬਣਨਾ ਕੈਮੀਕਲ ਚੇਂਜ, ਤੇ ਉਹ ਜਿਹੜਾ ਪਰਿਵਰਤਨ ਹੋਇਆ ਆ ਉਹ ਇਰਰਿਵਰਸੀਬਲ ਚੇਂਜ। ਤਾਂ ਅਸੀਂ ਇਹਦੇ ਵਿੱਚ ਇਹੀ ਗੱਲਾਂ ਡਿਸਕਸ ਕਰਨ ਵਾਲੇ ਹਾਂ। ਇਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਦੇਖਾਂਗੇ ਕਿਵੇਂ ਅਸੀਂ ਰਿਐਕਸ਼ਨਸ ਨੂੰ, ਚੇਂਜਸ ਨੂੰ ਅਸੀਂ ਕੈਮੀਕਲ ਰਿਐਕਸ਼ਨਸ ਦੇ ਵਿੱਚ ਲਿਖਣਾ ਹੈ। ਜਿਵੇਂ ਕਿ ਬੱਚਿਓ ਅਸੀਂ ਪਹਿਲਾਂ ਤਾਂ ਆਪਾਂ ਦੇਖ ਲਈਏ ਕਰੈਕਟਰਿਸਟਿਕਸ ਆਫ ਕੈਮੀਕਲ ਚੇਂਜ, ਮਤਲਬ ਕੈਮੀਕਲ ਚੇਂਜ ਮਤਲਬ ਰਸਾਇਣਿਕ ਪਰਿਵਰਤਨ ਦੇ ਕੁਝ ਗੁਣ ਕਿਹੜੇ ਕਿਹੜੇ। ਉਹ ਰਸਾਇਣਿਕ ਪਰਿਵਰਤਨ ਦੇ ਵਿੱਚ ਅਵਸਥਾ ਦਾ ਪਰਿਵਰਤਨ ਹੋ ਸਕਦਾ। ਅਵਸਥਾ ਮਤਲਬ ਕੋਈ ਪਹਿਲਾਂ ਚੀਜ਼ ਸੋਲਿਡ ਸੀਗੀ, ਫਿਰ ਲਿਕੁਇਡ ਹੋ ਸਕਦੀ ਹੈ ਜਾਂ ਗੈਸੀਅਸ ਸਟੇਟ ਦੇ ਵਿੱਚ ਚਲੀ ਜਾ ਸਕਦੀ ਹੈ। ਰੰਗ ਵਿੱਚ ਪਰਿਵਰਤਨ ਹੋ ਸਕਦਾ, ਗੈਸ ਦੀ ਉਤਪੱਤੀ ਜਾਂ ਨਿਕਲਣਾ ਜਾਂ ਤਾਪਮਾਨ ਵਿੱਚ ਪਰਿਵਰਤਨ ਵੀ ਬੱਚਿਓ ਹੋ ਸਕਦਾ। ਮਤਲਬ ਚੇਂਜ ਇਨ ਸਟੇਟ, ਸਟੇਟ ਮਤਲਬ ਸੋਲਿਡ, ਲਿਕੁਇਡ, ਗੈਸ। ਚੇਂਜ ਇਨ ਕਲਰ, ਕਲਰ ਦੇ ਵਿੱਚ ਕੋਈ ਅਗਰ ਚੇਂਜ ਆ ਗਿਆ। ਇਵੋਲਿਊਸ਼ਨ ਆਫ ਗੈਸ, ਕਿਸੇ ਆਪਾਂ ਕੋਈ ਕਿਰਿਆ ਕੀਤੀ ਹੈ ਜਾਂ ਕੋਈ ਦੋ ਸਬਸਟੈਂਸਸ ਨੂੰ ਮਿਲਾਇਆ ਤੇ ਉਹਦੇ ਵਿੱਚੋਂ ਗੈਸ ਨਿਕਲਣ ਲੱਗ ਗਈ, ਅਸੀਂ ਕਹਿ ਸਕਦੇ ਹਾਂ ਕਿ ਉਹ ਸ਼ਾਇਦ ਕੋਈ ਕੈਮੀਕਲ ਚੇਂਜ ਹੁੰਦਾ ਪਿਆ ਉਹਦੇ ਵਿੱਚ। ਚੇਂਜ ਇਨ ਟੈਂਪਰੇਚਰ ਮਤਲਬ ਤਾਪਮਾਨ ਵਿੱਚ ਅਗਰ ਕੋਈ ਪਰਿਵਰਤਨ ਆ ਰਿਹਾ ਤਾਂ ਵੀ ਸਾਨੂੰ ਹਿੰਟ ਮਿਲ ਸਕਦਾ ਕਿ ਹਾਂ ਇਹਦੇ ਵਿੱਚ ਜਿਹੜਾ ਕੈਮੀਕਲ ਚੇਂਜ ਆ ਜਾਂ ਰਸਾਇਣਿਕ ਪਰਿਵਰਤਨ ਜਿਹੜਾ ਹੁੰਦਾ ਪਿਆ। ਇੱਥੇ ਬੱਚਿਓ ਅਸੀਂ ਇੱਕ ਵੀਡੀਓ ਦੇਖਾਂਗੇ ਜਿਹਦੇ ਵਿੱਚ ਅਸੀਂ ਇਹਨਾਂ ਦੇ ਗੁਣਾਂ ਬਾਰੇ ਹੋਰ ਚੰਗੀ ਤਰ੍ਹਾਂ ਦੇਖ ਪਾਵਾਂਗੇ। ਜਿੱਦਾਂ ਇਵੋਲਿਊਸ਼ਨ ਆਫ ਗੈਸ ਮਤਲਬ ਗੈਸ ਦੀ ਉਤਪੱਤੀ ਹੋਣੀ ਜਾਂ ਫਿਰ ਗੈਸ ਦਾ ਬਾਹਰ ਨਿਕਲਣਾ। ਇਹਦੇ ਵਿੱਚ ਬੱਚਿਓ ਬੇਕਿੰਗ ਸੋਡਾ ਨੂੰ, ਬੇਕਿੰਗ ਸੋਡਾ ਦੇ ਵਿੱਚ ਅਸੀਂ ਵਿਨੇਗਰ ਪਾ ਰਹੇ ਹਾਂ। ਵਿਨੇਗਰ ਸਾਡੇ ਕੋਲ ਐਸੀਟਿਕ ਐਸਿਡ ਜਾਂ ਫਿਰ ਸਿਰਕਾ ਜਿਹਨੂੰ ਆਪਾਂ ਪੰਜਾਬੀ 'ਚ ਬੋਲਦੇ ਹਾਂ, ਇਹਨੂੰ ਅਸੀਂ ਬੇਕਿੰਗ ਸੋਡਾ ਦੇ ਵਿੱਚ ਪਾਉਂਦੇ ਪਏ ਹਾਂ। ਸੋਡੀਅਮ ਹਾਈਡਰੋਜਨ ਕਾਰਬੋਨੇਟ NaHCO3 ਦੇ ਵਿੱਚ ਪਾਉਂਦੇ ਪਏ। ਹੁਣ ਬੇਕਿੰਗ ਸੋਡਾ ਜਿਹੜਾ ਬੱਚਿਓ ਇੱਕ ਬੇਸ ਆ, ਵਿਨੇਗਰ ਇੱਕ ਐਸਿਡ ਆ। ਵੈਨਐਵਰ ਅ ਬੇਸ ਰਿਐਕਟ ਵਿਦ ਐਸਿਡ ਇਟ ਵਿਲ ਫਾਰਮ ਸਾਲਟ ਪਲੱਸ ਵਾਟਰ ਪਲੱਸ ਇਹਦੇ ਨਾਲ CO2 ਗੈਸ ਵੀ ਜਿਹੜੀ ਆ ਬੱਚਿਓ ਉਹ ਨਿਕਲਦੀ ਹੈ। ਇੱਥੇ ਤੁਸੀਂ ਪੜ੍ਹ ਵੀ ਸਕਦੇ ਹੋ ਵੈਨ ਵਿਨੇਗਰ ਇਜ਼ ਪੋਰਡ ਔਨ ਬੇਕਿੰਗ ਸੋਡਾ ਬਬਲਸ ਆਫ CO2 ਇਜ਼ ਫਾਰਮਡ, ਮਤਲਬ ਬਬਲਸ ਆਫ ਕਾਰਬਨ ਡਾਈਆਕਸਾਈਡ ਗੈਸ ਇਜ਼ ਫਾਰਮਡ, ਵਾਟਰ ਐਂਡ ਸੋਡੀਅਮ ਐਸੀਟੇਟ ਔਰ ਆਲਸੋ ਫਾਰਮਡ, ਮਤਲਬ ਸਾਲਟ ਤੇ ਪਾਣੀ ਵੀ ਜਿਹੜਾ ਬਾਅਦ ਚੋਂ ਬਣ ਜਾਏਗਾ। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੱਦਾਂ ਉਹ ਬੁਲਬੁਲੇ ਜਿਹੜੇ ਨਿਕਲਦੇ ਪਏ ਆ ਉਹ ਕਾਰਬਨ ਡਾਈਆਕਸਾਈਡ ਗੈਸ ਦੇ ਆ। ਤਾਂ ਇੱਥੋਂ ਸਾਨੂੰ ਇਹ ਪਤਾ ਚੱਲ ਗਿਆ ਕਿ ਕੋਈ ਨਾ ਕੋਈ ਰਸਾਇਣਿਕ ਪਰਿਵਰਤਨ ਜਿਹੜਾ ਹੋ ਰਿਹਾ। ਸੋਡੀਅਮ ਦੇ ਵਿੱਚ ਵੀ ਜੇਕਰ ਆਪਾਂ ਪਾਣੀ ਪਾ ਦਈਏ ਤਾਂ ਤੁਸੀਂ ਦੇਖ ਪਾ ਰਹੇ ਹੋ ਕਿ ਉਹਦੇ ਵਿੱਚੋਂ ਹਾਈਡਰੋਜਨ ਗੈਸ ਤੇ ਇੱਕ ਲਾਰਜ ਅਮਾਊਂਟ ਆਫ ਹੀਟ ਨਿਕਲਦੀ ਪਈ ਹੈ। ਸਿਮਿਲਰਲੀ ਜ਼ਿੰਕ ਦੇ ਵਿੱਚ ਆਪਾਂ ਅਗਰ H2SO4 ਡਿਲੂਟ H2SO4 ਸਲਫਿਊਰਿਕ ਐਸਿਡ ਪਾ ਦਈਏ ਤਾਂ ZnSO4 ਇੱਕ ਸਾਲਟ ਬਣੇਗਾ ਤੇ ਹਾਈਡਰੋਜਨ ਗੈਸ ਜਿਹੜੀ ਆ ਉਹ ਜ਼ਿਆਦਾ ਮਾਤਰਾ 'ਚ ਨਿਕਲੇਗੀ।
दूसरे पासे चेंज ऑफ कलर, कलर किवें चेंज हुंदा, कोई दो सबसटेंसेस जदों रिएक्ट करदे आपस दे विच तां कलर चेंज हो जांदा। इत्थे तुसीं देख सकदे हो कि कॉपर कार्बोनेट CuCO3 दा रंग तुसीं देख सकदे हो बच्चों, पहला हरा सी, जेकर उसनूं आपां गर्म करना शुरू कर दईए तां कॉपर ऑक्साइड ते CO2 गैस दे विच तब्दील हो गया। सिमिलरली कॉपर सल्फेट पेंटाहाइड्रेट, हाइड्रेटेड कॉपर सल्फेट मतलब 5 ਉਹਦੇ ਵਿੱਚ वाटर ऑफ क्रिस्टलाइजेशन ਸੀਗੀ, ਉਸਨੂੰ उसका रंग तुसीं देख सकते हो बच्चों ब्लू आ। ਜਦੋਂ ਉਸਨੂੰ ਅਸੀਂ ਗਰਮ ਕਰਨਾ ਸ਼ੁਰੂ ਕੀਤਾ ਤਾਂ ਉਹਦੇ ਵਿੱਚੋਂ 5 ਵਾਟਰ ਜਿਹੜੇ ਮੋਲੀਕਿਊਲ ਸੀ ਉਹ ਉੱਡ ਗਏ ਤਾਂ CuSO4 ਬਚਿਆ ਤੇ ਉਹਦਾ ਰੰਗ ਦੇਖੋ ਸਫੇਦ ਆ। ਤਾਂ ਇਹ ਸੀਗਾ ਰੰਗ ਦੇ ਵਿੱਚ ਪਰਿਵਰਤਨ। ਹੁਣ ਆਪਾਂ ਦੇਖਣਾ ਕਿ ਤਾਪਮਾਨ ਦੇ ਵਿੱਚ ਪਰਿਵਰਤਨ ਜਾਂ એનર્ਜੀ ਜਿਹੜੀ ਆ, ਊਰਜਾ ਜਿਹੜੀ ਆ ਜਦੋਂ ਬਾਹਰ ਨਿਕਲਦੀ, ਤਾਂ ਇੱਥੇ ਆਪਾਂ ਉਹ ਵੀ ਦੇਖਣ ਵਾਲੇ ਕੈਮੀਕਲ ਰਿਐਕਸ਼ਨ ਦੈਟ ਗਿਵ ਆਫ એનર્ਜੀ, ਉਹਨਾਂ ਨੂੰ ਆਪਾਂ ਐਗਜ਼ੋਥਰਮਿਕ ਰਿਐਕਸ਼ਨ ਬੋਲਦੇ ਹਾਂ। ਉਹਦੇ ਬਾਰੇ ਆਪਾਂ ਅੱਗੇ ਵੀ ਚਰਚਾ ਕਰਾਂਗੇ। ਜਿਵੇਂ ਕਿ ਕੈਲਸ਼ੀਅਮ ਆਕਸਾਈਡ, ਇਸ ਨੂੰ ਅਸੀਂ ਕੁਇਕ ਲਾਈਮ ਵੀ ਬੋਲਦੇ ਹਾਂ ਬੱਚਿਓ, ਚੂਨਾ ਵੀ ਬੋਲਦੇ ਹਾਂ ਪੰਜਾਬੀ ਦੇ ਵਿੱਚ। ਜਦੋਂ ਇਸ ਨੂੰ ਅਸੀਂ ਪਾਣੀ ਦੇ ਵਿੱਚ ਪਾ ਦਿੰਦੇ ਹਾਂ ਤਾਂ ਪਾਣੀ ਤੇ ਇਹਦਾ ਜਿਹੜਾ ਮਿਕਸਚਰ ਹੋਇਆ, ਜਿਹੜਾ ਸੋਲਿਊਸ਼ਨ ਹੋਇਆ, ਉਹ ਤੁਹਾਨੂੰ ਇੱਦਾਂ ਲੱਗੇਗਾ ਜਿੱਦਾਂ ਉਬਲਦਾ ਪਿਆ। ਤਾਂ ਮਤਲਬ એનર્ਜੀ ਜਿਹੜੀ ਆ ਉਹ ਬਾਹਰ ਨਿਕਲਦੀ ਪਈ ਆ। ਹੁਣ ਜਦੋਂ ਵੀ ਊਰਜਾ ਬਾਹਰ ਨਿਕਲੂਗੀ ਉਸਨੂੰ ਅਸੀਂ ਬੋਲਦੇ ਹਾਂ ਐਗਜ਼ੋਥਰਮਿਕ ਰਿਐਕਸ਼ਨ। ਐਗਜ਼ੋ ਮੀਨਸ ਐਗਜ਼ਿਟ, ਐਗਜ਼ਿਟ ਮਤਲਬ ਬਾਹਰ ਨਿਕਲਣਾ। ਥਰਮ ਮਤਲਬ, ਥਰਮ ਦਾ ਉੱਦਾਂ ਪਹਿਲਾਂ ਮਤਲਬ ਹੁੰਦਾ ਸੀਗਾ ਤਾਪ, ਪਰ ਹੁਣ ਥਰਮ ਦਾ ਮਤਲਬ ਹੈਗਾ એનર્ਜੀ। ਤਾਂ ਜਦੋਂ ਵੀ ਕਿਸੇ ਵੀ ਫਾਰਮ ਦੀ એનર્ਜੀ, ਚਾਹੇ ਉਹ ਹੀਟ એનર્ਜੀ ਹੋਵੇ ਮਤਲਬ ਤਾਪ ਊਰਜਾ ਹੋਵੇ, ਭਾਵੇਂ ਉਹ ਪ੍ਰਕਾਸ਼ੀ ਊਰਜਾ ਹੋਵੇ ਮਤਲਬ ਲਾਈਟ એનર્ਜੀ ਹੋਵੇ, ਅਗਰ ਉਹ એનર્ਜੀ ਨਿਕਲਦੀ ਪਈ ਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਰਿਐਕਸ਼ਨ ਜਿਹੜੀ ਆ ਉਹ ਇੱਕ ਐਗਜ਼ੋਥਰਮਿਕ ਰਿਐਕਸ਼ਨ ਆ, એનર્ਜੀ ਦੇ ਵਿੱਚ ਚੇਂਜ ਹੋਇਆ। ਹੁਣ ਜੇ ਬੱਚੋ ਊਰਜਾ ਗਰਮੀ ਦੇ ਰੂਪ 'ਚ ਬਾਹਰ ਨਿਕਲਦੀ ਪਈ ਹੈ ਤਾਂ ਉਹਦਾ ਤਾਪਮਾਨ ਜਿਹੜਾ ਹੈ ਉਹ ਵੱਧ ਜਾਵੇਗਾ। ਤਾਂ ਇਸੇ ਕਰਕੇ ਜਦੋਂ ਕੈਲਸ਼ੀਅਮ ਆਕਸਾਈਡ ਦੇ ਵਿੱਚ ਅਸੀਂ ਪਾਣੀ ਪਾਉਂਦੇ ਤਾਂ ਉਹ ਕੈਲਸ਼ੀਅਮ ਹਾਈਡਰੋਕਸਾਈਡ ਬਣ ਗਿਆ, ਪਰ ਉਹਦੇ ਨਾਲ ਇੱਕ ਲਾਰਜ ਅਮਾਊਂਟ ਆਫ ਹੀਟ ਵੀ ਜਿਹੜੀ ਆ ਉਹ ਪੈਦਾ ਹੁੰਦੀ ਆ ਤੇ ਉਹਨੂੰ ਆਪਾਂ ਐਗਜ਼ੋਥਰਮਿਕ ਰਿਐਕਸ਼ਨ ਕਹਿੰਦੇ। ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਮੈਗਨੀਸ਼ੀਅਮ ਨੂੰ ਜਦੋਂ ਆਪਾਂ ਅੱਗ ਲਗਾਵਾਂਗੇ, ਆਪਾਂ ਅੱਗੇ ਵੀ ਰਿਐਕਸ਼ਨ ਦੇਖਾਂਗੇ, ਤਾਂ ਮੈਗਨੀਸ਼ੀਅਮ ਆਕਸਾਈਡ ਦੇ ਨਾਲ ਲਾਈਟ એનર્ਜੀ ਤੇ ਹੀਟ એનર્ਜੀ ਦੋਨੋਂ ਪੈਦਾ ਹੁੰਦੀਆਂ। ਤਾਂ ਜਿਹਦੇ ਵਿੱਚ ਤਾਂ એનર્ਜੀ ਬਾਹਰ ਨਿਕਲੇ ਉਹਨੂੰ ਬੋਲਦੇ ਸੀਗੇ ਆਪਾਂ ਐਗਜ਼ੋਥਰਮਿਕ, ਜਿਹ 'ਚ ਐਬਜ਼ੋਰਬ ਹੋਵੇ ਉਹਨੂੰ ਆਪਾਂ ਬੋਲਾਂਗੇ ਐਂਡੋਥਰਮਿਕ। ਐਬਜ਼ੋਰਬ ਮਤਲਬ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਬੇਕਿੰਗ ਸੋਡਾ ਨੂੰ ਆਪਾਂ ਗਰਮ ਕਰੀਏ, NaHCO3 ਨੂੰ ਜਦੋਂ ਅਸੀਂ ਗਰਮ ਕਰਦੇ ਹਾਂ ਤਾਂ NaHCO3 ਨੇ ਗਰਮੀ ਸੋਖੀ ਹੈ, ਐਬਜ਼ੋਰਬ ਕੀਤੀ ਹੈ, ਐਬਜ਼ੋਰਬ ਕਰਕੇ ਟੁੱਟ ਗਈ। ਇਹਨੂੰ ਡਿਸੋਸੀਏਸ਼ਨ ਰਿਐਕਸ਼ਨ ਵੀ ਕਹਿ ਸਕਦੇ ਹਾਂ, ਥਰਮਲ ਡਿਸੋਸੀਏਸ਼ਨ ਜਾਂ ਥਰਮਲ ਡੀਕੰਪੋਜੀਸ਼ਨ ਰਿਐਕਸ਼ਨ ਵੀ ਇਹਨੂੰ ਬੋਲ ਸਕਦੇ ਹਾਂ। ਅੱਗੇ ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਤਾਂ NaHCO3 ਜਿਹੜਾ ਹੀਟ એનર્ਜੀ ਮਿਲੀ Na2CO3 H2O ਤੇ CO2 ਦੇ ਵਿੱਚ ਇਹ ਟੁੱਟ ਗਿਆ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਨਵੇਂ ਪ੍ਰੋਡਕਟ ਬਣ ਗਏ। ਇਹ ਰਿਐਕਸ਼ਨ ਕਿਵੇਂ ਲਿਖਣੀ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਬੱਚਿਓ, ਹਜੇ ਤੁਹਾਨੂੰ ਸਿਰਫ ਗੁਣ ਦੱਸੇ ਜਾ ਰਹੇ। ਚੇਂਜ ਆਫ ਸਟੇਟ ਮਤਲਬ ਅਗਰ ਕੋਈ ਸਬਸਟੈਂਸ ਪਹਿਲਾਂ ਸਾਡੇ ਕੋਲ ਸੋਲਿਡ ਦੇ ਵਿੱਚ ਸੀਗਾ, ਸੋਲਿਡ ਦੇ ਤੁਹਾਨੂੰ ਪਤਾ ਬੱਚਿਓ ਪਾਰਟੀਕਲਸ ਨਜ਼ਦੀਕ ਹੁੰਦੇ ਆ, ਉਸਨੂੰ ਆਪਾਂ ਗਰਮ ਕਰਾਂਗੇ ਤਾਂ ਉਹ ਲਿਕੁਇਡ ਦੇ ਵਿੱਚ ਉਹ ਦੂਰ ਹੋ ਜਾਣਗੇ। ਲਿਕੁਇਡ ਤੋਂ ਫਿਰ ਫਰਦਰ ਜਿਸ ਨੂੰ ਗਰਮ ਫਿਰ ਕਰੀ ਜਾਂਦੇ ਪਏ ਤਾਂ ਉਹ ਗੈਸੀਅਸ ਦੇ ਵਿੱਚ ਵੀ ਚੇਂਜ ਹੋ ਸਕਦੇ ਆ। ਇੱਥੇ ਬੱਚੋ ਯਾਦ ਰੱਖਣਾ ਕਿ ਜੇਕਰ ਕੱਲੀ ਹੀ ਸਟੇਟ ਚੇਂਜ ਹੋ ਰਹੀ ਹੈ, ਕੋਈ ਨਵਾਂ ਪ੍ਰੋਡਕਟ ਨਹੀਂ ਬਣਦਾ ਪਿਆ, ਤਾਂ ਉਸਨੂੰ ਅਸੀਂ ਫਿਜ਼ੀਕਲ ਚੇਂਜ ਕਵਾਂਗੇ, ਕੈਮੀਕਲ ਚੇਂਜ ਨਹੀਂ, ਕਿਉਂਕਿ ਕੈਮੀਕਲ ਚੇਂਜ ਦੇ ਵਿੱਚ ਇੱਕ ਨਵਾਂ ਪ੍ਰੋਡਕਟ ਦਾ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕੈਮੀਕਲ ਚੇਂਜ ਦੇ ਵਿੱਚ ਵੀ ਸਟੇਟ ਦਾ ਜਿਹੜਾ ਵਾ ਪਰਿਵਰਤਨ ਹੁੰਦਾ ਰਹਿੰਦਾ ਆ, ਪਰ ਅਸੀਂ ਇੱਕ ਇਹ ਵੀ ਚੀਜ਼ ਨਾਲ ਦੇਖਣੀ ਆ ਕਿ ਉਹਦੇ ਵਿੱਚ ਇੱਕ ਨਵਾਂ ਪ੍ਰੋਡਕਟ ਜ਼ਰੂਰ ਫਾਰਮ ਹੁੰਦਾ ਹੋਵੇ। ਤਾਂ ਵੇਪਰਾਈਜੇਸ਼ਨ ਵਗੈਰਾ ਇਹਦੇ ਵਿੱਚ ਇਹਨੇ ਐਗਜ਼ਾਮਪਲ ਦਿੱਤੀ ਹੋਈ ਆ। ਇੱਥੇ ਵੀ ਸਲਫਰ ਦੇਖੋ ਬੱਚਿਓ, ਇੱਥੇ ਹੁਣ ਤੁਸੀਂ ਧਿਆਨ ਨਾਲ ਦੇਖੋ ਕਿ ਸਲਫਰ ਨੂੰ ਜਦੋਂ ਅਸੀਂ ਗਰਮ ਕੀਤਾ, ਸਲਫਰ ਦੇ ਵੇਪਰਸ ਬਣ ਗਏ, ਉੱਧਰੋਂ ਕਾਰਬਨ ਨੂੰ ਆਪਾਂ ਗਰਮ ਕੀਤਾ ਹੋਇਆ, ਕਾਰਬਨ ਦੇ ਵੇਪਰ ਬਣ ਗਏ, ਦੋਨੋਂ ਜੁੜ ਕੇ ਅਗਰ ਤੁਸੀਂ ਪਾਣੀ ਦੇ ਵਿੱਚ ਦੇਖੋਗੇ ਤਾਂ ਕਾਰਬਨ ਡਾਈਸਲਫਾਈਡ ਬਣ ਗਿਆ CS2। ਇਹ ਇੱਕ ਨਵਾਂ ਪਦਾਰਥ ਬਣਿਆ। ਉਹਦੀ ਫਾਰਮ ਜ਼ਰੂਰ ਚੇਂਜ ਕਰ ਦਿੱਤੀ ਸੀ ਆਪਾਂ, ਸਟੇਟ ਜ਼ਰੂਰ ਚੇਂਜ ਹੋ ਗਈ ਆ। ਕਾਰਬਨ ਵੀ ਦੇਖੋ ਸੋਲਿਡ 'ਚ ਆ, ਸਲਫਰ ਜਿਹੜੇ ਵੇਪਰ ਸੀਗੇ ਉਹ ਗੈਸੀਅਸ ਫਾਰਮ 'ਚ, ਦੋਨੋਂ ਮਿਲ ਕੇ ਲਿਕੁਇਡ ਫਾਰਮ ਦੇ ਵਿੱਚ ਕਾਰਬਨ ਡਾਈਸਲਫਾਈਡ ਜਿਹੜੀ ਆ ਉਹ ਬਣ ਚੁੱਕੀ ਆ। ਇੱਥੇ ਜਿਹੜੀ ਆ ਸਟੇਟ ਤਾਂ ਚੇਂਜ ਹੋਈ ਆ, ਲੇਕਿਨ ਇੱਕ ਨਵਾਂ ਪ੍ਰੋਡਕਟ ਵੀ ਬਣਿਆ, ਇਸ ਕਰਕੇ ਅਸੀਂ ਉਸਨੂੰ ਕੈਮੀਕਲ ਚੇਂਜ ਕਹਿੰਦੇ ਆ ਬੱਚਿਓ। ਅੱਗੇ ਬੱਚਿਓ ਹੁਣ ਅਸੀਂ ਰਿਐਕਸ਼ਨਸ ਦੀ ਦੇਖਾਂਗੇ ਕਿ ਕਿਵੇਂ ਰਿਐਕਸ਼ਨਸ ਅਸੀਂ ਜਿਹੜੇ ਆ ਉਹ ਲਿਖਣੀਆਂ ਹੈਗੀਆਂ। ਸਭ ਤੋਂ ਪਹਿਲਾਂ ਅਸੀਂ ਮੈਗਨੀਸ਼ੀਅਮ ਤੇ ਆਕਸੀਜਨ ਗੈਸ ਦੀ ਜਿਹੜੀ ਕੈਮੀਕਲ ਰਿਐਕਸ਼ਨ ਆ ਉਹਦੇ ਬਾਰੇ ਬੱਚਿਓ ਪਹਿਲਾਂ ਦੇਖਾਂਗੇ। ਇੱਥੇ ਤੁਸੀਂ ਇੱਕ ਵੀਡੀਓ ਵੀ ਦੇਖੋਗੇ ਜਿਹਦੇ ਵਿੱਚ ਤੁਹਾਨੂੰ ਪਤਾ ਚੱਲ ਸਕੂਗਾ ਕਿ ਮੈਗਨੀਸ਼ੀਅਮ ਰਿਬਨ ਦੀ ਆਕਸੀਜਨ ਦੇ ਨਾਲ ਅਸੀਂ ਕਿਰਿਆ ਕਿਵੇਂ ਕਰਾਂਗੇ। ਤਾਂ ਬੱਚਿਓ ਪਹਿਲਾਂ ਇੱਕ ਗੱਲ ਯਾਦ ਰੱਖਣੀ ਹੈ ਕਿ ਮੈਗਨੀਸ਼ੀਅਮ ਰਿਬਨ ਨੂੰ ਅਗਰ ਅਸੀਂ ਆਕਸੀਜਨ ਦੇ ਨਾਲ ਕਿਰਿਆ ਕਰਵਾਉਣ ਲੱਗੇ ਆ
ਤਾਂ ਬੱਚਿਓ ਆਕਸੀਜਨ ਗੈਸ ਤੁਹਾਨੂੰ ਪਤਾ ਕਿ ਸਾਡੇ ਐਟਮੋਸਫੇਅਰ ਦੇ ਵਿੱਚ ਵਾਤਾਵਰਣ ਦੇ ਵਿੱਚ ਹੈਗੀ ਆ, ਪਰ ਉਹ ਐਦਾਂ ਹੀ ਨਹੀਂ ਰਿਐਕਟ ਕਰਦੀ, ਸਾਨੂੰ ਉਸ ਸਬਸਟੈਂਸ ਨੂੰ ਬਰਨ ਕਰਨਾ ਪਏਗਾ, ਕੰਬਸ਼ਨ ਕਰਨੀ ਪਏਗੀ। ਕਿਉਂਕਿ ਜਦੋਂ ਵੀ ਕੰਬਸ਼ਨ ਹੋਏਗੀ ਆਕਸੀਜਨ ਗੈਸ ਇਜ਼ ਦਾ ਸਪੋਰਟਰ ਆਫ ਦਾ ਕੰਬਸ਼ਨ, ਮਤਲਬ ਆਕਸੀਜਨ ਗੈਸ ਜਿਹੜੀ ਆ ਉਸ ਤੋਂ ਬਿਨਾ ਅੱਗ ਕਿਸੇ ਚੀਜ਼ ਨੂੰ ਲੱਗੇ ਨਹੀਂ ਸਕਦੀ। ਤਾਂ ਇਸ ਕਰਕੇ ਅਸੀਂ ਕਿਸੇ ਸਬਸਟੈਂਸ ਨੂੰ ਅਗਰ ਅੱਗ ਲਗਾਉਂਦੇ ਪਏ ਆ ਤਾਂ ਇਹਦਾ ਮਤਲਬ ਕੀ ਹੈ ਕਿ ਅਸੀਂ ਉਸ ਸਬਸਟੈਂਸ ਦੀ ਆਕਸੀਜਨ ਦੇ ਨਾਲ ਕਿਰਿਆ ਕਰਵਾਉਂਦੇ ਪਏ। ਲੇਕਿਨ ਮੈਗਨੀਸ਼ੀਅਮ ਰਿਬਨ ਨੂੰ ਅੱਗ ਲਗਾਉਣ ਤੋਂ ਪਹਿਲਾਂ ਉਸਨੂੰ ਚੰਗੀ ਤਰ੍ਹਾਂ ਅਸੀਂ ਰੇਗਮਾਰ ਨਾਲ ਸਾਫ਼ ਕਰ ਲੈਣਾ। ਰੇਗਮਾਰ ਬੱਚਿਓ ਸੈਂਡ ਪੇਪਰ, ਉਹਨਾਂ ਸਾਫ਼ ਕਰ ਲੈਣਾ। ਕਿਉਂਕਿ ਉਸ ਉੱਪਰ ਬੱਚਿਓ ਇੱਕ ਪਰਤ ਚੜੀ ਹੁੰਦੀ ਹੈ ਸਫੇਦ ਰੰਗ ਦੀ, ਚਿੱਟੇ ਰੰਗ ਦੀ ਇੱਕ ਪਰਤ ਚੜੀ ਹੁੰਦੀ ਹੈ ਜਿਹਦਾ ਨਾਂ ਹੈ ਮੈਗਨੀਸ਼ੀਅਮ ਆਕਸਾਈਡ MgO। ਉਹਦੀ ਪਰਤ ਉਹਦੇ ਉੱਤੇ ਨਾ ਜੰਮੀ ਹੁੰਦੀ ਹੈ। ਜੇਕਰ ਉਸਨੂੰ ਨਹੀਂ ਉਤਾਰਿਆ ਗਿਆ ਸੈਂਡ ਪੇਪਰ ਦੀ ਮਦਦ ਦੇ ਨਾਲ, ਰੇਗਮਾਰ ਦੀ ਮਦਦ ਨਾਲ, ਤਾਂ ਫਿਰ ਸਾਡੇ ਮੈਗਨੀਸ਼ੀਅਮ ਰਿਬਨ ਨੂੰ ਅੱਗ ਨਹੀਂ ਲੱਗਣੀ। ਇਹ ਕਾਰਨ ਬੱਚਿਓ ਤੁਸੀਂ ਯਾਦ ਰੱਖਣਾ, ਕੁਐਸਚਨ ਵੀ ਹੈਗਾ। ਇੱਥੇ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਤਾਂ ਮੈਗਨੀਸ਼ੀਅਮ ਰਿਬਨ ਆ ਸਾਡੇ ਕੋਲ, ਰੈੱਡ ਅਤੇ ਬਲੂ ਲਿਟਮਸ ਪੇਪਰ ਆ, ਪੈਟਰੀ ਡਿਸ਼ ਆ, ਸਪਿਰਿਟ ਲੈਂਪ ਹੈਗਾ ਆ, ਮੈਚ ਬਾਕਸ ਹੈਗੀ ਆ, ਸਾਡੇ ਕੋਲ ਪੇਅਰ ਆਫ ਟੋਂਗਸ ਹੈਗੇ ਆ। ਹੁਣ ਬੱਚਿਓ ਅਸੀਂ ਕੀ ਕਰਨਾ, ਸਭ ਤੋਂ ਪਹਿਲਾਂ ਤਾਂ ਮਾਚਿਸ ਦੀ ਮਦਦ ਦੇ ਨਾਲ ਅਸੀਂ ਆਪਣਾ ਸਪਿਰਿਟ ਲੈਂਪ ਨੂੰ ਬਰਨ ਕਰ ਲੈਣਾ, ਲਾਈਟ ਔਨ ਕਰ ਲੈਣੀ, ਮਤਲਬ ਲੈਂਪ ਸਾਡਾ ਜਿਹੜਾ ਆ ਉਹ ਚੱਲਣ ਲੱਗ ਗਿਆ। ਹੁਣ ਫਿਰ ਅਸੀਂ ਕੀ ਕਰਨਾ ਕਿ ਮੈਗਨੀਸ਼ੀਅਮ ਰਿਬਨ ਨੂੰ ਚੰਗੀ ਤਰ੍ਹਾਂ ਰੇਗਮਾਰ ਨਾਲ ਪਹਿਲਾਂ ਸਾਫ਼ ਕਰ ਲੈਣਾ। ਇਹ ਸਾਫ਼ ਕੀਤਾ ਹੋਇਆ ਮੈਗਨੀਸ਼ੀਅਮ ਰਿਬਨ ਨੂੰ ਅਸੀਂ ਫਿਰ ਟੋਂਗ ਦੇ ਵਿੱਚ ਫਸਾ ਕੇ ਉਸਨੂੰ ਇੱਦਾਂ ਬਰਨ ਕਰਾਉਣਾ ਆਪਣੇ ਸਪਿਰਿਟ ਲੈਂਪ ਦੀ ਮਦਦ ਦੇ ਨਾਲ। ਜਦੋਂ ਉਸਨੂੰ ਅੱਗ ਲੱਗਣ ਲੱਗ ਗਈ ਬੱਚਿਓ ਤਾਂ ਉਸ ਵੱਲ ਅਸੀਂ ਜ਼ਿਆਦਾ ਦੇਰ ਤੱਕ ਨਹੀਂ ਦੇਖਣਾ, ਕਿਉਂਕਿ ਇਹਦੀ ਜਿਹੜੀ ਰੌਸ਼ਨੀ ਆ ਉਹ ਸਾਡੀ ਅੱਖਾਂ ਦੇ ਲਈ ਹਾਰਮਫੁਲ ਹੋ ਸਕਦੀ ਹੈ। ਫਿਰ ਇਸ ਨੂੰ ਬੁਝਾ ਲੈਣਾ, ਡਾਊਸ ਕਰ ਲੈਣਾ ਆਪਣੀ ਪੈਟਰੀ ਡਿਸ਼ ਦੇ ਵਿੱਚ। ਤਾਂ ਤੁਸੀਂ ਦੇਖੋਗੇ ਕਿ ਵਾਈਟ ਰੰਗ ਦਾ ਇੱਕ ਵਾਈਟਿਸ਼ ਪਾਊਡਰ ਜਿਹੜਾ ਆ ਉਹ ਬਣ ਚੁੱਕਾ ਹੈ। ਇਸ ਵਾਈਟਿਸ਼ ਪਾਊਡਰ ਦਾ ਅਗਰ ਅਸੀਂ ਨੇਚਰ ਦੇਖਣਾ ਹੈ ਕਿ ਇਹ ਐਸਿਡਿਕ ਆ ਜਾਂ ਬੇਸਿਕ ਆ, ਉਹਦੇ ਲਈ ਸਾਨੂੰ ਰੈੱਡ ਲਿਟਮਸ ਪੇਪਰ ਤੇ ਬਲੂ ਲਿਟਮਸ ਪੇਪਰ ਚਾਹੀਦੇ ਹੋਣਗੇ। ਇਸ ਦੇ ਵਿੱਚ ਅਸੀਂ ਪਾਣੀ ਪਾ ਲਿਆ, ਮੈਗਨੀਸ਼ੀਅਮ ਆਕਸਾਈਡ ਇਹ ਬਣ ਚੁੱਕਾ ਹੈ ਬੱਚਿਓ। ਮੈਗਨੀਸ਼ੀਅਮ ਆਕਸਾਈਡ ਦੇ ਵਿੱਚ ਅਸੀਂ ਪਾਣੀ ਪਾ ਲਿਆ। ਫਿਰ ਇਸਦੀਆਂ ਥੋੜ੍ਹੀਆਂ ਜਿਹੀਆਂ 2 ਬੂੰਦਾਂ ਲੈ ਕੇ ਅਸੀਂ ਬਲੂ ਲਿਟਮਸ ਪੇਪਰ ਦੇ ਉੱਪਰ ਵੀ ਪਾ ਦੇਣੀਆਂ, ਰੈੱਡ ਲਿਟਮਸ ਪੇਪਰ ਦੇ ਉੱਪਰ ਵੀ ਪਾ ਦੇਣੀਆਂ। ਤੇ ਕੁਝ ਦੇਰ ਬਾਅਦ ਅਸੀਂ ਦੇਖਾਂਗੇ ਕਿ ਜਿਹੜਾ ਸਾਡਾ ਰੈੱਡ ਲਿਟਮਸ ਪੇਪਰ ਆ ਉਹ ਬਲੂ ਦੇ ਵਿੱਚ ਕਨਵਰਟ ਹੋ ਗਿਆ, ਲੇਕਿਨ ਬਲੂ ਵਾਲਾ ਬਲੂ 'ਚ ਹੀ ਰਿਹਾ। ਤਾਂ ਇੱਥੇ ਬੱਚਿਓ ਸਾਨੂੰ ਇਹ ਪਤਾ ਹੈ, ਅਸੀਂ ਐਸਿਡ ਬੇਸ ਵਾਲਾ ਚੈਪਟਰ ਵੀ ਪੜ੍ਹ ਚੁੱਕੇ ਆ। ਤਾਂ ਜਿਹੜਾ ਪਦਾਰਥ ਲਾਲ ਲਿਟਮਸ ਨੂੰ ਬਲੂ ਦੇ ਵਿੱਚ ਕਨਵਰਟ ਕਰ ਦੇਵੇ ਉਹ ਬੇਸਿਕ ਹੁੰਦਾ। ਸਾਰੇ ਆਕਸਾਈਡਸ ਮੈਟਲ ਦੇ ਬੇਸਿਕ ਇਨ ਨੇਚਰ ਹੁੰਦੇ ਆ ਬੱਚਿਓ। ਜਦੋਂ ਮੈਟਲ ਆਕਸਾਈਡ ਨੂੰ ਪਾਣੀ ਦੇ ਵਿੱਚ ਡਿਜ਼ੋਲਵ ਕਰ ਦਿੱਤਾ ਜਾਂਦਾ ਤਾਂ ਉਹ ਮੈਟਲ ਹਾਈਡਰੋਕਸਾਈਡ ਬਣ ਜਾਂਦੇ ਆ, ਜਿਹੜੇ ਕਿ ਖਾਰੀ ਹੁੰਦੇ ਆ ਜਾਂ ਬੇਸਿਕ ਹੁੰਦੇ ਆ। ਤਾਂ ਮੈਟਲ ਆਕਸਾਈਡ ਇੱਥੇ ਜਿਹੜੀ ਰਿਐਕਸ਼ਨ ਹੋ ਰਹੀ ਬੱਚਿਓ Mg+O2 MgO, ਇਹ ਕਿੱਦਾਂ ਬਣਿਆ ਇਹਦੇ ਬਾਰੇ ਆਪਾਂ ਅੱਗੇ ਚਰਚਾ ਕਰਾਂਗੇ। ਪਰ MgO ਜਿਹੜਾ ਆ ਮੈਗਨੀਸ਼ੀਅਮ ਆਕਸਾਈਡ, ਇੱਕ ਖਾਰੀ ਸਬਸਟੈਂਸ ਆ, ਬੇਸਿਕ ਸਬਸਟੈਂਸ ਆ। ਫਿਰ MgO ਦੀ ਜਦੋਂ ਰਿਐਕਸ਼ਨ ਕਰਾਈ H2O ਦੇ ਨਾਲ, ਉਹ ਬਣ ਗਿਆ MgOH ਟਵਾਈਸ, ਬੇਸ ਟਰਨਸ ਰੈੱਡ ਲਿਟਮਸ ਬਲੂ। ਇਹਦੇ ਬਾਰੇ ਬੱਚਿਓ ਹੁਣ ਅਸੀਂ ਅੱਗੇ ਵੀ ਚਰਚਾ ਕਰਾਂਗੇ। ਅੱਗੇ ਆਪਾਂ ਦੇਖਣ ਵਾਲੇ ਆ ਬੱਚਿਓ ਰਿਐਕਸ਼ਨ ਆਫ ਮੈਗਨੀਸ਼ੀਅਮ ਵਿਦ ਆਕਸੀਜਨ। ਮੈਗਨੀਸ਼ੀਅਮ ਰਿਬਨ ਦੀ ਆਕਸੀਜਨ ਨਾਲ ਕਿਰਿਆ ਕਿੱਦਾਂ ਹੋਈ ਸੀ ਬੱਚਿਓ। ਆਹ ਮੈਗਨੀਸ਼ੀਅਮ ਰਿਬਨ ਸੀਗਾ। ਮੈਗਨੀਸ਼ੀਅਮ ਰਿਬਨ Mg ਇਹਦਾ ਫਾਰਮੂਲਾ, ਕਿਉਂਕਿ ਬੱਚਿਓ ਤੁਸੀਂ 9th ਕਲਾਸ 'ਚ ਪੜ੍ਹ ਹੀ ਚੁੱਕੇ ਹੋ। ਇੱਥੇ ਬ੍ਰੈਕਟ 'ਚ S ਇਸ ਕਰਕੇ ਲਿਖੀ ਗਈ ਹੈ ਬੱਚਿਓ ਕਿਉਂਕਿ ਇੱਕ ਸੋਲਿਡ ਪਦਾਰਥ ਆ, ਠੋਸ ਪਦਾਰਥ ਆ, ਇਸ ਕਰਕੇ। ਇਹਦੀ ਰਿਐਕਸ਼ਨ ਕਰਾਈ ਆਪਾਂ ਆਕਸੀਜਨ ਗੈਸ ਦੇ ਨਾਲ। ਹੁਣ ਬੱਚਿਓ ਤੁਹਾਨੂੰ ਪਤਾ, ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਆਕਸੀਜਨ ਗੈਸ ਦੇ ਨਾਲ ਅਗਰ ਕਿਸੇ ਵੀ ਸਬਸਟੈਂਸ ਨਾਲ ਆਪਾਂ ਕਿਸੇ ਵੀ ਸਬਸਟੈਂਸ ਨੂੰ ਅਗਰ ਆਕਸੀਜਨ ਗੈਸ ਦੇ ਨਾਲ ਰਿਐਕਟ ਕਰਵਾਉਣਾ ਤਾਂ ਸਾਨੂੰ ਉਸ ਸਬਸਟੈਂਸ ਨੂੰ ਅੱਗ ਲਗਾਉਣੀ ਪਵੇਗੀ। ਇੱਥੇ ਆਕਸੀਜਨ ਗੈਸ ਦਾ ਫਾਰਮੂਲਾ O2, ਕਿਉਂਕਿ ਬੱਚਿਓ ਸਾਨੂੰ ਹਵਾ ਦੇ ਵਿੱਚ ਆਕਸੀਜਨ ਗੈਸ ਮਿਲਦੀ ਹੀ ਮੋਲੀਕੂਲਰ ਫਾਰਮ 'ਚ, O2 ਦੀ ਫਾਰਮ 'ਚ ਮਿਲਦੀ ਹੈ, ਇਸ ਕਰਕੇ ਆਪਾਂ O2 ਇੱਥੇ ਲਿਖਿਆ ਹੈਗਾ। ਫਿਰ ਬੱਚਿਓ ਇਹ ਦੋਨੇ ਨੂੰ ਆਪਾਂ ਕਵਾਂਗੇ ਰਿਐਕਟੈਂਟ, ਜਾਂ ਪੰਜਾਬੀ 'ਚ ਬੋਲਾਂਗੇ ਅਭਿਕਾਰਕ। ਕਿਉਂਕਿ ਇਹ ਦੋਨੋਂ ਇੱਕ ਦੂਸਰੇ ਨਾਲ ਰਿਐਕਟ ਹੋ ਕੇ ਜਿਹੜਾ ਨਵਾਂ ਇੱਕ ਸਬਸਟੈਂਸ ਬਣਿਆ ਸੀਗਾ, ਤੁਸੀਂ ਦੇਖਿਆ ਵਾਈਟ ਰੰਗ ਦਾ ਇੱਕ ਪਾਊਡਰ ਬਣਿਆ ਜਿਹਦਾ ਨਾਂ ਹੈਗਾ ਬੱਚਿਓ ਮੈਗਨੀਸ਼ੀਅਮ ਆਕਸਾਈਡ। ਹੁਣ ਇਹਦਾ ਫਾਰਮੂਲਾ ਕੀ ਹੋਏਗਾ, ਤਾਂ ਉਸ ਦੇ ਲਈ ਬੱਚਿਓ 9ਵੀਂ ਕਲਾਸ 'ਚ ਤੁਸੀਂ ਵੈਲੈਂਸੀਜ਼ ਯਾਦ ਕੀਤੀਆਂ ਸੀਗੀਆਂ ਹਰੇਕ 20 ਤੱਕ ਪਰਮਾਣੂ ਅੰਕ ਦੀਆਂ। ਤਾਂ ਮੈਗਨੀਸ਼ੀਅਮ 12 ਪਰਮਾਣੂ ਅੰਕ 2,8,2, ਲਾਸਟ ਸੈਲ 'ਚ 2 ਜਾ ਰਹੇ ਆ, ਤਾਂ ਕਿਉਂਕਿ 4 ਤੋਂ ਘੱਟ ਇਲੈਕਟ੍ਰੋਨ ਜਾ ਰਹੇ ਤਾਂ 2 ਹੀ ਉਹਦੀ ਵੈਲੈਂਸੀ ਹੈ। ਆਕਸੀਜਨ ਦੀ ਵੈਲੈਂਸੀ ਵੀ 2 ਆ, ਕਿਉਂਕਿ ਆਕਸੀਜਨ 2 ਪਰਮਾਣੂ ਅੰਕ ਜਿਹੜਾ ਉਹਦਾ ਉਹ 8 ਆ, 2,6 ਉਹਦੀ ਇਲੈਕਟ੍ਰੋਨੀ ਤਰਤੀਬ। 8 ਦੇ ਵਿੱਚੋਂ 6 ਘਟਾਵਾਂਗੇ, 8 ਚੋਂ 6 ਹੁਣ ਕਿਉਂ ਘਟਾਏ, ਕਿਉਂਕਿ ਇਹਦੇ 4 ਤੋਂ ਇਲੈਕਟ੍ਰੋਨ ਕੀ ਹੋ ਗਿਆ ਅਖੀਰਲੇ ਸ਼ੈਲ 'ਚ ਜ਼ਿਆਦਾ, ਤਾਂ 8 ਤੋਂ 6 ਘਟਾਤੇ ਤਾਂ ਵੀ ਕਿੰਨਾ ਆ ਗਿਆ ਆਨਸਰ 2। ਫਿਰ
क्योंकि 2 ਨਾਲ 2 ਕਟਿੰਗ ਹੁੰਦੀ ਪਈ ਹੈ ਤਾਂ ਆਨਸਰ ਆ ਗਿਆ ਨਵੀਂ ਬੈਲੈਂਸੀ ਜਿਹੜੀ ਹੈਗੀ ਉਹ 1 ਆ ਗਈ। ਫਿਰ ਉਹ Mg ਦੇ ਪੈਰ 'ਚ ਵੀ 1, O ਦੇ ਪੈਰ 'ਚ ਵੀ 1 ਭਾਵੇਂ ਲਿਖੋ ਚਾਹੇ ਨਾ ਲਿਖੋ ਤਾਂ ਆਨਸਰ ਸਾਡੇ ਕੋਲ ਕੀ ਆ ਗਿਆ ਮੈਗਨੀਸ਼ੀਅਮ ਆਕਸਾਈਡ ਦਾ MgO। ਤਾਂ ਅਸੀਂ ਲਿਖ ਪਾਵਾਂਗੇ MgO। ਇਹ ਵੀ ਇੱਕ ਸੋਲਿਡ ਪਦਾਰਥ ਆ ਬੱਚਿਓ, ਠੋਸ ਆ ਤਾਂ MgO ਬ੍ਰੈਕਟ 'ਚ S ਲਿਖਤਾ, ਆਕਸੀਜਨ ਦੇ ਬ੍ਰੈਕਟ 'ਚ G ਲਿਖਿਆ ਹੋਇਆ ਗੈਸੀਅਸ ਪਦਾਰਥ ਲਈ। ਜੇਕਰ ਕੋਈ ਪਦਾਰਥ ਲਿਕੁਇਡ ਹੁੰਦਾ ਮਤਲਬ ਤਰਲ ਹੁੰਦਾ ਤਾਂ ਉਹਦੇ ਪਿੱਛੇ ਆਪਾਂ L ਲਿਖ ਦੇਣਾ ਸੀ। ਹੁਣ ਜਿਹੜਾ MgO ਬਣਿਆ ਇਹ ਸਾਡੇ ਕੋਲ ਇੱਕ ਨਵਾਂ ਉਤਪਾਦ ਬਣਿਆ, ਇੱਕ ਨਵਾਂ ਪ੍ਰੋਡਕਟ ਬਣਿਆ। ਤਾਂ ਬੱਚਿਓ ਯਾਦ ਰੱਖਣਾ ਰਿਐਕਸ਼ਨ ਨੂੰ ਲਿਖਣ ਤੋਂ ਪਹਿਲਾਂ ਖੱਬੇ ਪਾਸੇ ਐਰੋ ਦੇ ਇਧਰਲੇ ਪਾਸੇ ਰਿਐਕਟੈਂਟ ਹੁੰਦੇ ਆ, ਐਰੋ ਦੇ ਇਧਰਲੇ ਪਾਸੇ ਸੱਜੇ ਪਾਸੇ ਐਰੋ ਦੇ ਉਤਪਾਦ ਜਾਂ ਪ੍ਰੋਡਕਟ ਹੁੰਦੇ। ਹੁਣ ਬੱਚਿਓ ਆਪਾਂ ਇਸ ਨੂੰ ਬੈਲੈਂਸ ਵੀ ਕਰਨਾ ਸਿੱਖਣਾ, ਬੈਲੈਂਸਿੰਗ ਕੀ ਹੁੰਦੀ ਆ, ਤੇ ਹੋਰ ਰਿਐਕਸ਼ਨਸ ਵੀ ਬਣਾਉਣੀਆਂ ਸਿੱਖਣੀਆਂ ਕਿ ਕਿੱਦਾਂ ਕਿੱਦਾਂ ਅਸੀਂ ਹੋਰ ਰਿਐਕਸ਼ਨਸ ਬਣਾ ਸਕਦੇ। हाँ बच्चों आ चीज़ तुहानूं पहला भी दस चुका। एस का मतलब सॉलिड, एल मतलब लिक्विड, जी मतलब गैसीयस, AQ मतलब एक्वस। एक्वस सोल्यूशन मतलब पानी दे विच उहदा घोल बनिया होवे। अगे हुण बच्चों साडे कोल जिहड़ा नैक्सट टॉपिक आ हैगा बैलेंसिंग ऑफ कैमिकल रिएक्शन। आही जिहड़ी कैमिकल रिएक्शन बच्चों हुण तुसीं देखी है कि मैगनीशियम रिबन नूं जदों असीं अग लगाई तो एक नवां पदार्थ बनिया सीगा मैगनीशियम ऑक्साइड MgO। ਇਹਦੀ ਰਿਐਕਸ਼ਨ ਆਪਾਂ ਕੁਝ ਇਸ ਤਰੀਕੇ ਨਾਲ ਲਿਖੀ ਸੀ Mg ਸੋਲਿਡ ਪਲਸ O2, ਕਿਉਂਕਿ ਹਵਾ ਦੇ ਵਿੱਚ ਆਕਸੀਜਨ ਗੈਸ ਸਾਨੂੰ ਮਿਲਦੀ O2 ਦੀ ਫਾਰਮ 'ਚ, ਤੇ ਸਾਡੇ ਕੋਲ ਜਿਹੜਾ ਫਾਰਮੂਲਾ ਬਣ ਗਿਆ ਸੀ ਉਹ ਸੀਗਾ MgO। ਕਿੱਦਾਂ ਬਣਾਇਆ ਉਹ 9ਵੀਂ ਕਲਾਸ ਦੇ ਫਾਰਮੂਲੇ ਜਾਂ ਵੈਲੈਂਸੀਜ਼ ਤੁਹਾਨੂੰ ਬੱਚਿਓ ਜ਼ਰੂਰ ਆਣੀ ਚਾਹੀਦੀ। ਹੁਣ ਬੱਚਿਓ ਆਪਾਂ ਬੈਲੈਂਸ ਕਰਨਾ। ਬੈਲੈਂਸ ਦੇ ਲਈ ਬੱਚਿਓ ਤੁਹਾਨੂੰ ਇਹ ਚੀਜ਼ ਯਾਦ ਰਹਿਣੀ ਚਾਹੀਦੀ ਆ ਕਿ ਜਿੱਧਰਲੇ ਪਾਸੇ ਸਾਡੇ ਰਿਐਕਟੈਂਟ ਹੈਗੇ, ਰਿਐਕਟੈਂਟ ਦੇਖੋ ਤੁਸੀਂ ਮਤਲਬ ਇਧਰਲੇ ਪਾਸੇ ਐਰੋ ਦੇ ਇਧਰਲੇ ਪਾਸੇ मैग्नीशियम 1 आ, ऑक्सीजन 2 आ, क्योंकि ਉਹਦੇ ਪੈਰ 'ਚ 2 ਲੱਗਾ ਹੋਇਆ ਤਾਂ ਆਕਸੀਜਨ 2 ਆ, ਮੈਗਨੀਸ਼ੀਅਮ 1 ਆ। ਜਦ ਕਿ ਪ੍ਰੋਡਕਟ ਵਾਲੇ ਪਾਸੇ ਦੇਖੋ ਮੈਗਨੀਸ਼ੀਅਮ ਵੀ 1 ਆ, ਆਕਸੀਜਨ ਵੀ 1 ਆ। ਤਾਂ ਇਹ ਜਿਹੜੀ ਕਿਰਿਆ ਆ ਉਹ ਬੈਲੈਂਸ ਨਹੀਂ ਹੈਗੀ, ਸੰਤੁਲਿਤ ਨਹੀਂ ਹੈਗੀ। ਤਾਂ ਰਸਾਇਣਿਕ ਕਿਰਿਆ ਸੰਤੁਲਿਤ ਉਦੋਂ ਹੁੰਦੀ ਹੈ, ਬੈਲੈਂਸ ਉਦੋਂ ਹੁੰਦੀ ਹੈ ਜਦੋਂ ਅਭਿਕਾਰਕ ਵਾਲੇ ਪਾਸੇ ਅਤੇ ਉਤਪਾਦ ਵਾਲੇ ਪਾਸੇ ਪਰਮਾਣੂ ਸਮਾਨ ਹੋਣ, ਪਰਮਾਣੂ ਬਰਾਬਰ ਹੋਵੇ। ਰਿਐਕਟੈਂਟ ਵਾਲੀ ਸਾਈਡ ਵੀ प्रोडक्ट वाली साइड भी। इत्थे मैगनीशियम का 1 एटम आ, ऑक्सीजन के 2 एटम आ रिएक्टेंट वाली साइड, प्रोडक्ट वाली साइड मैगनीशियम का 1 एटम आ, ऑक्सीजन का भी 1 एटम आ। ऑक्सीजन करके एक क्रिया जिहड़ी आ वो बैलेंस नहीं हैगी, संतुलित नहीं हैगी। तो बच्चों एक गल तुसीं होर ख्याल रखनी है कि जिहड़ी उपर आपां स्कैलेटल इक्वेशन बनाई आ तुसीं इहनूं नहीं चेंज कर सकते। ਇਹਦਾ ਫਾਰਮੂਲਾ ਜਿਹੜਾ ਇਹਨੂੰ ਨਹੀਂ ਚੇਂਜ ਆਪਾਂ ਕਰ ਸਕਦੇ। ਜੇਕਰ ਆਪਾਂ ਮੈਗਨੀਸ਼ੀਅਮ ਆਕਸਾਈਡ ਦਾ ਫਾਰਮੂਲਾ MgO ਬਣਾਇਆ, ਉਹ ਤੁਸੀਂ ਤੁਹਾਨੂੰ ਯਾਦ ਆ ਕਿ 9ਵੀਂ ਕਲਾਸ ਦੇ ਵਿੱਚ ਵੈਲੈਂਸੀਜ਼ ਦੀ ਮਦਦ ਦੇ ਨਾਲ ਅਸੀਂ ਉਹ ਚੀਜ਼ ਬਣਾਈ ਆ, ਤਾਂ ਅਸੀਂ ਉਸ ਚੀਜ਼ ਨੂੰ ਨਹੀਂ ਬਦਲ ਸਕਦੇ ਕਿ MgO2 ਲਗਾ ਦਈਏ। 2 ਪਿੱਛੇ ਨਹੀਂ ਲਗਾ ਸਕਦੇ, ਤੁਸੀਂ ਇਹਨਾਂ ਦੇ ਫਾਰਮੂਲਿਆਂ ਦੇ ਅੱਗੇ 2 ਜ਼ਰੂਰ ਲਗਾਓਗੇ, ਜਾਂ ਕਿਤੇ ਵੀ ਤੁਸੀਂ ਕੋਈ ਵੀ ਜਿਹੜਾ ਨੂਮੈਰੀਕਲ ਆ ਉਹ ਇਹਨਾਂ ਦੇ ਫਾਰਮੂਲਿਆਂ ਦੇ ਮੂਹਰੇ ਲਗਾ ਸਕਦੇ ਆ, ਪਿੱਛੇ ਨਹੀਂ ਲਗਾ ਸਕਦੇ। ਇੰਨੀ ਗੱਲ ਬੱਚਿਓ ਤੁਸੀਂ ਜ਼ਰੂਰ ਯਾਦ ਰੱਖ ਲੈਣੀ ਆ। ਫਿਰ ਬੈਲੈਂਸ ਜਿਹੜੀ ਕਰਨੀ ਆਪਾਂ ਉਹ ਹਿੱਟ ਐਂਡ ਟਰਾਇਲ ਮੈਥਡ ਦੇ ਨਾਲ ਕਰਨੀ ਆ। ਤੁੱਕਾ ਲਗਾ ਕੇ ਦੇਖਣਾ, ਜੇ ਉਹ ਤੀਰ ਬਣ ਜਾਂਦਾ ਤਾਂ ਠੀਕ ਹੈ, ਜਿੱਦਾਂ ਕਿ ਇੱਥੇ ਹੋਈ ਪਈ ਹੈ। ਮੈਗਨੀਸ਼ੀਅਮ ਦੇ ਮੋਹਰੇ ਵੀ ਮੈਂ 2 ਲਗਾਤਾ, MgO ਦੇ ਮੋਹਰੇ ਵੀ ਮੈਂ 2 ਲਗਾਤਾ। ਜੇ ਇਹਨਾਂ ਦੇ ਮੋਹਰੇ ਨਾ ਲਗਾਉਂਦਾ, ਜੇ ਪਿੱਛੇ ਲਗਾਉਂਦਾ, ਮੇਰਾ ਫਾਰਮੂਲਾ ਗਲਤ ਹੋ ਜਾਣਾ ਸੀਗਾ, ਫਿਰ ਤਾਂ ਪੂਰੀ ਰਿਐਕਸ਼ਨ ਹੀ ਗਲਤ ਹੋ ਜਾਣੀ ਸੀਗੀ। ਫਾਰਮੂਲੇ ਨੂੰ ਨਹੀਂ ਆਪਾਂ ਬੱਚਿਓ ਛੇੜਨਾ ਹੈਗਾ, ਸਿਰਫ ਇਹਨਾਂ ਦੇ ਮੋਹਰੇ ਜਿਹੜਾ ਆ ਨੂਮੈਰੀਕਲ ਸਿੰਬਲ ਅਸੀਂ ਲਗਾ ਸਕਦੇ ਹਾਂ। ਹੁਣ ਅਗਰ ਤੁਸੀਂ कैलकुलेट करके देखो कि रिएक्टेंट वाली साइड मैग्नीशियम के परमाणु कितने हो गए 2, क्योंकि 2 Mg हो गया, ਉਹਦੇ ਤਾਂ ਪੈਰ 'ਚ ਪਹਿਲੇ 2 ਸੀਗੇ ਤਾਂ ਆਕਸੀਜਨ ਵੀ 2 ਹੋ ਗਏ। ਇਧਰਲੇ ਪਾਸੇ ਪ੍ਰੋਡਕਟ ਵਾਲੀ ਸਾਈਡ 2 MgO ਦਾ ਭਾਵ ਹੈਗਾ ਬੱਚਿਓ MgO ਤੇ MgO ਮਤਲਬ 2 Mg ਤੇ ਆਕਸੀਜਨ ਵੀ ਕਿੰਨੇ ਹੋ ਗਏ 2 ਹੋ ਗਏ। ਤਾਂ ਇਹ ਜਿਹੜੀ ਕਿਰਿਆ ਹੋ ਗਈ ਉਹ ਸੰਤੁਲਿਤ ਹੋ ਗਈ। ਤਾਂ ਮੈਨੂੰ ਉਮੀਦ ਆ ਬੱਚਿਓ ਕਿ ਜਦੋਂ ਵੀ ਤੁਸੀਂ ਪਹਿਲਾਂ ਇੱਕ ਕਿਰਿਆ ਲਿਖ ਲੈਣੀ ਹੈ, ਸਕੈਲੇਟਲ ਇਕੁਏਸ਼ਨ ਲਿਖ ਲੈਣੀ ਹੈ, ਉਹਦੇ ਫਾਰਮੂਲਿਆਂ ਨੂੰ ਬੱਚਿਓ ਬਿਲਕੁਲ ਚੇਂਜ ਨਹੀਂ ਕਰਨਾ। ਹਾਂ, ਉਹਨਾਂ ਦੇ ਫਾਰਮੂਲਿਆਂ ਦੇ ਮੂਹਰੇ ਤੁਸੀਂ ਨੂਮੈਰੀਕਲ ਡਿਜਿਟ ਜਿਹੜਾ ਆ ਉਹ ਲਗਾ ਸਕਦੇ ਆ ਬੈਲੈਂਸ ਕਰਨ ਦੇ ਲਈ। ਤਾਂ ਇਸ ਤਰੀਕੇ ਨਾਲ ਤੁਸੀਂ ਬੈਲੈਂਸ ਕਰ ਸਕਦੇ ਹੋ। ਆਪਾਂ ਹੋਰ ਵੀ ਉਦਾਹਰਨਾਂ ਅੱਗੇ ਦੇਖਾਂਗੇ ਕਿ ਕਿਵੇਂ ਹੋਰ ਰਿਐਕਸ਼ਨਸ ਜਿਹੜੀਆਂ ਉਹ ਬੈਲੈਂਸ ਕੀਤੀਆਂ ਜਾ ਰਹੀਆਂ। ਉਸ ਤੋਂ ਪਹਿਲਾਂ ਅਸੀਂ ਇੱਕ ਹੋਰ ਰਿਐਕਸ਼ਨ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ। ਸੋਲਿਡ, ਲਿਕੁਇਡ, ਗੈਸ, ਉਹ ਤੁਹਾਨੂੰ ਪਤਾ ਚੱਲ ਗਿਆ ਬੱਚੋ। S ਤੋਂ ਸੋਲਿਡ, L ਤੋਂ ਲਿਕੁਇਡ, ਉਹ ਵੀ ਉਹਦੇ ਪਿੱਛੇ ਅਸੀਂ ਲਿਖਦੇ ਪਏ, ਜਿੱਦਾਂ ਤੁਸੀਂ ਇੱਥੇ ਦੇਖਦੇ ਪਏ ਮੈਗਨੀਸ਼ੀਅਮ M2 Mg ਬ੍ਰੈਕਟ 'ਚ S ਲਿਖਿਆ ਹੋਇਆ। S ਕਿਉਂ ਲਿਖਿਆ ਹੋਇਆ? ਕਿਉਂਕਿ ਇਹ ਸੋਲਿਡ ਹੁੰਦਾ। O2 ਬ੍ਰੈਕਟ 'ਚ G ਮਤਲਬ ਗੈਸ, L ਮਤਲਬ ਲਿਕੁਇਡ, AQ ਮਤਲਬ ਐਕਵਸ ਜਲੀ ਘੋਲ। ਨੈਕਸਟ ਬੱਚਿਓ ਆਪਾਂ ਹੁਣ ਰਿਐਕਸ਼ਨ ਪਹਿਲਾਂ ਦੇਖ ਲਈਏ, ਫਿਰ ਇਸ ਨੂੰ ਬਣਾਉਣਾ ਸਿੱਖਾਂਗੇ। ਰਿਐਕਸ਼ਨ ਆਫ ਜ਼ਿੰਕ ਵਿਦ HCl, ਜ਼ਿੰਕ ਮੈਟਲ ਦੀ
ਹਾਈਡਰੋਜਨ ਕਲੋਰਾਈਡ ਦੇ ਨਾਲ ਬੱਚਿਓ ਅਸੀਂ ਕਿਰਿਆ ਦੇਖਣੀ ਹੈ। ਇਸ ਦੇ ਲਈ ਸਾਨੂੰ ਬੱਚਿਓ ਕੁਝ ਮਟੀਰੀਅਲ ਚਾਹੀਦਾ, ਜਿੱਦਾਂ ਕਿ ਸਭ ਤੋਂ ਪਹਿਲਾਂ ਸਾਨੂੰ ਇੱਥੇ ਆਇਰਨ ਸਟੈਂਡ ਚਾਹੀਦਾ, ਸਾਨੂੰ ਟੈਸਟ ਟਿਊਬ ਚਾਹੀਦੀ ਹੈ, ਡਿਲੀਵਰੀ ਟਿਊਬ ਚਾਹੀਦੀ ਹੈ ਬੱਚਿਓ, ਕੌਰਕ ਚਾਹੀਦਾ, ਰਬਰ ਕੌਰਕ, ਗਲਾਸ ਟਰਫ ਵਿਦ ਸੋਪ ਸੋਲਿਊਸ਼ਨ, ਇੱਕ ਭਾਂਡੇ ਦੇ ਵਿੱਚ ਸਾਨੂੰ ਸੋਪ ਸੋਲਿਊਸ਼ਨ ਚਾਹੀਦਾ ਹੋਏਗਾ, ਜ਼ਿੰਕ ਤੇ HCl ਹਾਈਡਰੋਕਲੋਰਿਕ ਐਸਿਡ ਤੇ ਜ਼ਿੰਕ ਗ੍ਰੈਨੂਲਸ ਇਹ ਚਾਹੀਦੇ ਹੋਣਗੇ। ਸਭ ਤੋਂ ਪਹਿਲਾਂ ਤਾਂ ਬੱਚਿਓ ਅਸੀਂ 10 ml ਡਿਲੂਟ HCl ਨੂੰ ਆਪਾਂ ਇੱਦਾਂ ਟੈਸਟ ਟਿਊਬ ਦੇ ਵਿੱਚ ਪਾ ਲੈਣਾ ਹੈਗਾ, ਆਪਣੇ ਆਇਰਨ ਸਟੈਂਡ ਦੇ ਉਹਦੇ ਵਿੱਚ ਉਹਨੂੰ ਫਿਕਸ ਕਰ ਲੈਣਾ। ਫਿਰ ਅਸੀਂ ਜ਼ਿੰਕ ਮੈਟਲ ਗ੍ਰੈਨੂਲਰ ਸਾਡੀ ਲੈਬੋਰਟਰੀਜ਼ ਦੇ ਵਿੱਚ ਇੱਦਾਂ ਉਸਨੂੰ ਪਲੱਕਰ ਦੀ ਸਹਾਇਤਾ ਦੇ ਨਾਲ ਬੱਚਿਓ ਉਹਦੇ ਵਿੱਚ ਪਾ ਲੈਣਾ। ਇਹ ਕਿਰਿਆ ਅਧਿਆਪਕ ਦੀ ਦੇਖ ਰੇਖ ਦੇ ਵਿੱਚ ਹੀ ਬੱਚਿਓ ਕਰਨੀ ਚਾਹੀਦੀ ਹੈ ਤੁਹਾਨੂੰ। ਹੁਣ ਤੁਸੀਂ ਦੇਖੋਗੇ ਤਾਂ ਦਵਾ ਦਵ ਹਾਈਡਰੋਜਨ ਗੈਸ ਜਿਹੜੀ ਆ ਉਹ ਬਣਨੀ ਸ਼ੁਰੂ ਹੋ ਗਈ, ਮਤਲਬ ਕੋਈ ਗੈਸ ਬਣਦੀ ਪਈ ਹੈ। ਚਲੋ ਹਾਈਡਰੋਜਨ ਗੈਸ ਆ ਬੱਚਿਓ, ਇਹਦੇ ਬਾਰੇ ਆਪਾਂ ਅੱਗੇ ਵੀ ਚਰਚਾ ਕਰਾਂਗੇ। ਫਿਰ ਇੱਧਰ ਉੱਪਰ ਰਬਰ ਕੌਰਕ ਲਾ ਗਿਆ, ਡਿਲੀਵਰੀ ਟਿਊਬ ਜਿਹੜੀ ਆ ਇਸ ਦੀ ਮਦਦ ਦੇ ਨਾਲ ਅਸੀਂ ਹਾਈਡਰੋਜਨ ਗੈਸ ਨੂੰ ਬੱਚਿਓ ਟਰਫ ਦੇ ਵਿੱਚ, ਜਿਹਦੇ ਵਿੱਚ ਸੋਪ ਸੋਲਿਊਸ਼ਨ ਆ ਜਾਂ ਸ਼ੈਂਪੂ ਦਾ ਜਿਹੜਾ ਸੋਲਿਊਸ਼ਨ ਆ ਘੁਲਿਆ ਹੋਇਆ, ਉਹਦੇ ਵਿੱਚ ਹਾਈਡਰੋਜਨ ਗੈਸ ਨੂੰ ਇੱਦਾਂ ਬਬਲਸ ਬਣ ਜਾਣਗੇ। ਤੁਸੀਂ ਦੇਖੋ ਇਹ ਬਬਲ ਦੇ ਵਿੱਚ ਹਾਈਡਰੋਜਨ ਗੈਸ ਹੀ ਹੈਗੀ ਹੈ। ਹਾਈਡਰੋਜਨ ਗੈਸ ਦੀ ਬੱਚਿਓ ਪਛਾਣ ਕੀ ਹੈ ਕਿ ਜਦੋਂ ਅਸੀਂ ਇੱਕ ਬਰਨਿੰਗ ਮੈਚ ਸਟਿਕ ਜਾਂ ਫਿਰ ਆਪਣੀ ਜਲਦੀ ਹੋਈ ਮਾਚਿਸ ਦੀ ਤੀਲੀ ਇਹਨਾਂ ਬਬਲਸ ਦੇ ਕੋਲ ਲੈ ਕੇ ਜਾਵਾਂਗੇ ਤਾਂ ਪੌਪ ਸਾਊਂਡ ਦੀ ਜਿਹੜੀ ਆਵਾਜ਼ ਆ ਉਹ ਆਏਗੀ ਤੇ ਬਰਨ ਕਰੇਗਾ। ਗੈਸ ਜਿਹੜੀ ਆ ਐਕਸਪਲੋਡ ਹੋਏਗੀ, ਐਕਸਪਲੋਡ ਮਤਲਬ ਉਹ ਜਲੇਗੀ, ਸਾਨੂੰ ਨਜ਼ਰ ਆਊਗਾ ਬੱਚਿਓ ਕਿ ਹਾਂ ਉਹ ਪੌਪ ਸਾਊਂਡ ਦੀ ਆਵਾਜ਼ ਦੇ ਨਾਲ ਉਹ ਫਟ ਗਈ ਹੈ। ਤੁਸੀਂ ਇੱਥੇ ਧਿਆਨ ਨਾਲ ਸਲੋ ਮੋਸ਼ਨ ਦੇ ਵਿੱਚ ਵੀ ਦੇਖ ਸਕਦੇ ਹੋ, ਟੈਸਟ ਟਿਊਬ ਦੇ ਵਿੱਚ ਹਾਈਡਰੋਜਨ ਗੈਸ ਬਣਦੀ ਜਾ ਰਹੀ ਹੈ, ਡਿਲੀਵਰੀ ਟਿਊਬ ਦੇ ਵਿੱਚ ਆ ਕੇ ਉਹ ਸੋਪ ਸੋਲਿਊਸ਼ਨ ਦੇ ਵਿੱਚ ਬਬਲਸ ਦੇ ਵਿੱਚ ਇਕੱਠੀ ਹੋ ਗਈ। ਫਿਰ ਜਦੋਂ ਅਸੀਂ ਮੈਚ ਸਟਿਕ ਕੋਲ ਲੈ ਕੇ ਗਏ ਤਾਂ ਕਿੰਨਾ ਉਹਦਾ ਜਿਹੜਾ ਕਿਉਂਕਿ ਹਾਈਡਰੋਜਨ ਗੈਸ ਇਜ਼ ਅ ਹਾਈਲੀ ਕੰਬਸਟੀਬਲ ਗੈਸ, ਉਹਨੂੰ ਅੱਗ ਬਹੁਤ ਜਲਦੀ ਲੱਗਦੀ ਹੈ, ਇਸ ਕਰਕੇ ਉਹ ਜਿਹੜੀ ਆ ਬਰਨ ਹੋ ਗਈ। ਤਾਂ ਬੱਚਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਿਰਿਆ ਸਮਝ ਲੱਗ ਗਈ ਹੋਵੇਗੀ। ਲੇਕਿਨ ਇਸ ਕਿਰਿਆ ਨੂੰ ਹੁਣ ਅਸੀਂ ਲਿਖਣਾ ਕਿਵੇਂ ਹੈ, ਇਸ ਰਿਐਕਸ਼ਨ ਨੂੰ ਅਸੀਂ ਹੁਣ ਲਿਖਣਾ ਕਿਵੇਂ ਆ ਬੱਚਿਓ, ਉਹ ਤੁਸੀਂ ਦੇਖਣਾ ਹੈ ਕਿ ਕੈਮੀਕਲ ਇਕੁਏਸ਼ਨ ਆਫ ਦਾ ਰਿਐਕਸ਼ਨ ਬਿਟਵੀਨ ਜ਼ਿੰਕ ਐਂਡ ਹਾਈਡਰੋਕਲੋਰਿਕ ਐਸਿਡ ਨੂੰ ਅਸੀਂ ਲਿਖਣਾ ਕਿੱਦਾਂ, ਤਾਂ Zn plus HCl gives you ZnCl2 plus H2, ਜ਼ਿੰਕ ਪਲਸ ਹਾਈਡਰੋਕਲੋਰਿਕ ਐਸਿਡ ਗਿਵ ਯੂ ਜ਼ਿੰਕ ਕਲੋਰਾਈਡ, ਹਾਈਡਰੋਜਨ ਗੈਸ ਜਿਹੜੀ ਆ ਉਹ ਬਣਦੀ ਪਈ ਹੈ। ਇੱਧਰਲੇ ਪਾਸੇ ਅਗਰ ਤੁਸੀਂ ਦੇਖੋਗੇ ਰਿਐਕਟੈਂਟ ਵਾਲੀ ਸਾਈਡ ਜ਼ਿੰਕ ਇੱਕ ਆ, ਹਾਈਡਰੋਜਨ ਇੱਕ ਆ, ਕਲੋਰੀਨ ਇੱਕ ਆ। ਪ੍ਰੋਡਕਟ ਵਾਲੀ ਸਾਈਡ ਅਗਰ ਤੁਸੀਂ ਦੇਖੋਗੇ ਜ਼ਿੰਕ ਇੱਕ ਆ, ਹਾਈਡਰੋਜਨ 2 ਆ, ਕਲੋਰੀਨ 2, ਤਾਂ ਇਹ ਜਿਹੜੀ ਕਿਰਿਆ ਬੱਚਿਓ ਸੰਤੁਲਿਤ ਨਹੀਂ ਹੈ। ਦੂਸਰੇ ਪਾਸੇ Zn ਪਲਸ ਅਗਰ ਮੈਂ ਕਿਰਿਆ ਨੂੰ, ਕਿਉਂ ਤੁਹਾਨੂੰ ਮੈਂ ਦੱਸ ਚੁੱਕਾ ਕਿ ਫਾਰਮੂਲੇਸ ਨੂੰ ਮੈਂ ਚੇਂਜ ਨਹੀਂ ਕਰ ਸਕਦਾ, ਉਹਦੇ ਮੋਹਰੇ ਕੁਝ ਲਗਾ ਸਕਦਾ, ਤਾਂ HCl ਦੇ ਮੋਹਰੇ ਅਗਰ ਮੈਂ 2 ਲਗਾ ਦੇਵਾਂ ਤਾਂ ਬੱਚਿਓ ਜਿਹੜੀ ਕਿਰਿਆ ਆ ਉਹ ਬੈਲੈਂਸ ਹੋ ਜਾਊਗੀ। Zn is equal to 1, H is equal to 2, Cl 2 ਹੋ ਗਏ ਅਭਿਕਾਰਕ ਵਾਲੇ ਪਾਸੇ, ਤੇ ਇੱਧਰ ਵੀ ਪ੍ਰੋਡਕਟ ਵਾਲੇ ਪਾਸੇ ਵੀ ਜ਼ਿੰਕ 1 ਆ, ਹਾਈਡਰੋਜਨ 2 ਆ, ਤੇ ਕਲੋਰੀਨ ਜਿਹੜੇ ਆ Cl ਜਿਹੜੇ ਆ ਉਹ 2 ਪਰਮਾਣੂ ਹੈਗੇ ਆ, ਤੇ ਇਹ ਜਿਹੜੀ ਕਿਰਿਆ ਆ ਉਹ ਸੰਤੁਲਿਤ ਹੋ ਚੁੱਕੀ ਆ ਬੱਚਿਓ। ਤਾਂ ਬੱਚਿਓ ਇੱਦਾਂ ਅਸੀਂ ਸਕੈਲੇਟਲ ਇਕੁਏਸ਼ਨ ਲਿਖਣ ਤੋਂ ਬਾਅਦ ਉਸ ਨੂੰ ਅਸੀਂ ਬੈਲੈਂਸ ਕਰ ਲੈਣਾ ਹੈ ਤਾਂ ਕਿ ਤੁਹਾਡੇ ਲਈ ਵੀ ਕੋਈ ਕਠਿਨਾਈ ਨਾ ਹੋਵੇ। ਫਿਰ ਉਹੀ SLG ਐਕੁਅਸ ਵਗੈਰਾ ਉਹ ਤੁਸੀਂ ਬ੍ਰੈਕਟ ਦੇ ਵਿੱਚ ਇੱਦਾਂ ਹੀ ਲਿਖ ਦੇਣਾ, ਜਿੱਦਾਂ ਕਿ ਜ਼ਿੰਕ ਕਲੋਰਾਈਡ ਜਿਹੜਾ ਆ ਉਹ ਐਕੁਅਸ ਸੋਲਿਊਸ਼ਨ ਮਤਲਬ ਟੈਸਟ ਟਿਊਬ ਦੇ ਵਿੱਚ ਹੀ ਬਣਦਾ ਪਿਆ, ਜਲੀ ਘੋਲ ਆ, ਇਸ ਕਰਕੇ ZnCl2 ਲਿਖਿਆ ਹੋਇਆ। ਨੈਕਸਟ ਬੱਚਿਓ ਹੋਰ ਐਗਜ਼ਾਮਪਲ ਅਸੀਂ ਦੇਖਣ ਵਾਲੇ ਹਾਂ, ਮੋਰ ਐਗਜ਼ਾਮਪਲ ਆਫ ਬੈਲੈਂਸਿੰਗ ਆਫ ਕੈਮੀਕਲ ਇਕੁਏਸ਼ਨ, ਕੈਮੀਕਲ ਰਿਐਕਸ਼ਨ। ਇਹਦੇ ਵਿੱਚ ਤੁਸੀਂ ਦੇਖੋਗੇ ਕਿ ਨਾਈਟ੍ਰੋਜਨ ਗੈਸ ਜਿਹੜੀ ਆ ਹਾਈਡਰੋਜਨ ਗੈਸ ਦੇ ਨਾਲ ਕਿਰਿਆ ਕਰਕੇ ਅਮੋਨੀਆ ਬਣਾ ਰਿਹਾ, N2 plus H2 gives you ammonia। ਅਮੋਨੀਆ ਕਿੱਦਾਂ ਬਣਿਆ ਬੱਚਿਓ ਉਸ ਦੇ, ਅੱਛਾ ਅਗਰ ਪਹਿਲਾਂ ਰਿਐਕਸ਼ਨ ਦੇਖੋਗੇ ਤਾਂ ਰਿਐਕਟੈਂਟ ਵਾਲੀ ਸਾਈਡ ਨਾਈਟ੍ਰੋਜਨ 2 ਆ, ਹਾਈਡਰੋਜਨ ਵੀ 2 ਆ, ਜਦ ਕਿ ਪ੍ਰੋਡਕਟ ਵਾਲੀ ਸਾਈਡ ਨਾਈਟ੍ਰੋਜਨ 1 ਆ, ਹਾਈਡਰੋਜਨ 3 ਆ। ਤਾਂ ਇਹ ਰਿਐਕਸ਼ਨ ਜਿਹੜੀ ਆ ਉਹ ਸੰਤੁਲਿਤ ਆ ਬੱਚਿਓ, ਬਿਲਕੁਲ ਵੀ ਹੈ ਨਹੀਂ, ਇਹ ਕਿਰਿਆ ਸੰਤੁਲਿਤ ਨਹੀਂ ਹੈ। ਹੁਣ NH3 ਬਣਿਆ ਕਿੱਦਾਂ ਬੱਚਿਓ, ਕਿਉਂਕਿ ਇਹ ਜਿਹੜੀ ਰਿਐਕਸ਼ਨ ਹੁੰਦੀ ਪਈ ਆ ਬੱਚਿਓ ਨਾਈਟ੍ਰੋਜਨ ਤੇ ਹਾਈਡਰੋਜਨ ਦੇ ਵਿੱਚ ਹੁੰਦੀ ਪਈ ਆ, ਤਾਂ NH ਇੱਦਾਂ ਲਿਖ ਲਿਆ। ਨਾਈਟ੍ਰੋਜਨ ਦੀ ਸੰਯੋਜਕਤਾ ਬੱਚਿਓ 3 ਹੁੰਦੀ ਆ, ਹਾਈਡਰੋਜਨ ਦੀ 1 ਹੁੰਦੀ ਆ, ਤਾਂ ਫਾਰਮੂਲਾ ਕੀ ਬਣ ਜਾਣਾ ਬੱਚਿਓ NH3। H ਦੇ ਪੈਰ 'ਚ 3 ਚਲਾ ਗਿਆ, N ਦੇ ਪੈਰ ਦੇ ਵਿੱਚ 1 ਚਲਾ ਗਿਆ, ਤਾਂ NH3 ਤਾਂ ਬਣਿਆ ਹੋਇਆ। ਹੁਣ ਆਪਾਂ ਹਿੱਟ ਐਂਡ ਟ੍ਰਾਇਲ ਮੈਥਡ ਲਗਾਉਣਾ, ਹੋਈ ਆਪਾਂ ਤੁੱਕਾ ਲਗਾ ਕੇ ਦੇਖਣਾ, ਜੇ ਤਾਂ ਉਹ ਤੀਰ ਬਣ ਗਿਆ ਤਾਂ ਠੀਕ ਹੈ। ਤਾਂ ਇਸ ਦੇ ਵਿੱਚ ਆਪਾਂ H2 ਦੇ ਮੂਹਰੇ 3 ਲਗਾਤਾ, NH3 ਦੇ ਮੂਹਰੇ 2 ਲਗਾ ਦੇਵਾਂਗੇ, ਕਿਉਂਕਿ ਬੱਚਿਓ ਅਸੀਂ ਫਾਰਮੂਲੇ ਨੂੰ ਛੇੜ ਨਹੀਂ ਸਕਦੇ, ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ, ਕਿਉਂਕਿ ਉਹ ਕ੍ਰਿਸ ਕ੍ਰਾਸ ਦੇ ਨਾਲ ਬਣਾਇਆ ਗਿਆ, ਵੈਲੈਂਸੀਜ਼ ਦੇ ਨਾਲ ਬਣਾਇਆ ਗਿਆ। ਹੁਣ NH3 ਹੀ ਅਮੋਨੀਆ ਦਾ ਫਾਰਮੂਲਾ, ਹੁਣ ਬੈਲੈਂਸ ਕਰਨ ਦੇ ਲਈ NH4 ਤੋਂ ਨਾ ਬਣਾ ਦੇਵਾਂਗੇ ਜਾਂ 5 ਨਹੀਂ ਬਣਾ ਸਕਦੇ, ਆਪਾਂ ਸਿਰਫ ਉਹਦੇ ਮੂਹਰੇ ਲਗਾ ਸਕਦੇ, ਜਿੱਦਾਂ ਕਿ ਇੱਥੇ 3 ਤੇ 2 ਲਗਾਇਆ ਗਿਆ। ਹੁਣ ਇਸ ਦੇ ਨਾਲ ਕੀ ਹੋਇਆ ਕਿ ਨਾਈਟ੍ਰੋਜਨ 2 ਹੋ ਗਏ, ਹਾਈਡਰੋਜਨ 6 ਹੋ ਗਏ,
ਤੇ ਉਧਰਲੇ ਪਾਸੇ 2NH3 ਦੇ ਪਾਸੇ ਵੀ ਨਾਈਟ੍ਰੋਜਨ 2 ਹੋ ਗਏ ਤੇ ਹਾਈਡਰੋਜਨ 6 ਹੋ ਗਏ ਤੇ ਕਿਰਿਆ ਜਿਹੜੀ ਹੋ ਗਈ ਸੰਤੁਲਿਤ ਹੋ ਗਈ। ਹੁਣ ਬੱਚਿਓ ਸ਼ਾਇਦ ਕਈਆਂ ਨੂੰ ਕਨਫਿਊਜ਼ਨ ਹੋ ਸਕਦੀ ਕਿ 3H2 ਦਾ ਮਤਲਬ ਕੀ ਹੈ। ਤਾਂ ਬੱਚਿਓ 3H2 ਦਾ ਮਤਲਬ ਆ H2 H2 H2, 3 ਵਾਰੀ H2 ਲਿਖ ਲਓ। ਹੁਣ ਇੱਕ 'ਚ H2 ਮਤਲਬ 2 2 4 ਤੇ 2 6, ਤਾਂ ਟੋਟਲ ਹਾਈਡਰੋਜਨ ਕਿੰਨੇ ਹੋ ਗਏ 6, ਤਾਂ ਹੀ ਤਾਂ ਇੱਧਰਲੇ ਪਾਸੇ H = 6 ਲਿਖਿਆ ਹੋਇਆ। ਤੇ 2NH3 ਦਾ ਮਤਲਬ ਕੀ ਹੈ ਕਿ NH3 NH3, ਜਿਹਦੇ ਨਾਲ ਨਾਈਟ੍ਰੋਜਨ ਕਿੰਨੇ ਹੋ ਗਏ 2 ਤੇ ਹਾਈਡਰੋਜਨ ਕਿੰਨੇ ਹੋ ਗਏ 6। ਤਾਂ ਮੈਨੂੰ ਉਮੀਦ ਆ ਬੱਚਿਓ ਕਿ ਤੁਹਾਨੂੰ ਇਹ ਵੀ ਪੂਰਾ ਸਮਝ ਲੱਗ ਗਈ ਹੋਵੇਗੀ ਕਿਵੇਂ ਇਹ ਕਿਰਿਆ ਜਿਹੜੀ ਆ ਉਹ ਵਾਪਰਦੀ ਪਈ ਹੈ ਤੇ ਕਿਵੇਂ ਅਸੀਂ ਬੈਲੈਂਸ ਕਰਨਾ ਹੈ ਤੇ 2NH3 ਜਾਂ 3H2 ਦਾ ਮਤਲਬ ਕੀ ਹੈ। ਨੈਕਸਟ ਬੱਚਿਓ ਅਗਰ ਅਸੀਂ ਦੇਖੀਏ ਹੋਰ ਐਗਜ਼ਾਮਪਲ ਦੇਖੀਏ ਬੈਲੈਂਸਿੰਗ ਆਫ ਕੈਮੀਕਲ ਰਿਐਕਸ਼ਨ ਦੀ, ਜਿੱਦਾਂ ਕਿ ਸੋਡੀਅਮ ਦਾ ਫਾਰਮੂਲਾ ਬੱਚੇ ਹੁੰਦਾ NaO, ਸੋਲਿਡ ਹੁੰਦਾ ਤਾਂ S ਵੀ ਲਿਖ ਦਿੱਤਾ ਬ੍ਰੈਕਟ 'ਚ। ਵਾਟਰ ਦਾ ਫਾਰਮੂਲਾ ਬੱਚੇ ਹੁੰਦਾ H2O, ਵਾਟਰ ਤੁਹਾਨੂੰ ਪਤਾ ਹੀ ਹੈ ਬੱਚਿਓ ਤਰਲ ਆ ਤਾਂ ਲਿਕੁਇਡ ਲਿਖ ਦਿੱਤਾ। ਹੁਣ ਰਿਐਕਸ਼ਨ ਕੀ ਬਣਦੀ ਪਈ ਸੋਡੀਅਮ ਹਾਈਡਰੋਕਸਾਈਡ। ਹੁਣ ਸੋਡੀਅਮ ਹਾਈਡਰੋਕਸਾਈਡ ਬਣਾਉਣ ਦੇ ਲਈ ਤੁਹਾਨੂੰ ਅਲੱਗ ਤੋਂ ਪਹਿਲਾਂ Na ਤੇ OH ਦੇ ਬਾਰੇ 9ਵੀਂ ਕਲਾਸ 'ਚ ਆਪਾਂ ਹਾਈਡਰੋਕਸਾਈਡ ਬਹੁ ਪਰਮਾਣਵੀ ਆਇਨ ਦੇ ਵਿੱਚ ਆਪਾਂ ਪੜ੍ਹਿਆ ਹੋਇਆ, ਚੈਪਟਰ ਨੰਬਰ 3 ਸੀਗਾ 9ਵੀਂ ਕਲਾਸ ਦੇ ਵਿੱਚ। ਤਾਂ ਸੋਡੀਅਮ ਤੇ OH ਵੈਲੈਂਸੀ ਦੋਵਾਂ ਦੀ ਇੱਕ ਇੱਕ ਆ। OH ਦੇ ਉੱਪਰ -1 ਦਾ ਚਾਰਜ ਹੁੰਦਾ, ਇਸ ਕਰਕੇ ਉਹੀ ਉਹਦੀ ਵੈਲੈਂਸੀ। ਆਪਾਂ ਮਾਈਨਸ ਇੱਥੇ ਨਹੀਂ ਲਿਖਦੇ ਪਏ, ਆਪਾਂ ਸਿਰਫ 1 1 ਲਿਖ ਲਿਆ। ਹੁਣ ਕ੍ਰਿਸ ਕ੍ਰੋਸ ਕਰਾਤਾ, Na ਦੇ ਪੈਰ 'ਚ ਵੀ 1, OH ਦੇ ਪੈਰ 'ਚ ਵੀ 1, ਤਾਂ ਆਪਣਾ ਸੋਡੀਅਮ ਹਾਈਡਰੋਕਸਾਈਡ ਦਾ ਆਂਸਰ ਆ ਗਿਆ NaOH। ਤਾਂ ਫਾਰਮੂਲਾ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਅਸੀਂ ਇੱਦਾਂ ਬਣਾਉਂਦੇ ਪਏ ਤਾਂ NaOH ਆ ਗਿਆ। ਹਾਈਡਰੋਜਨ ਗੈਸ ਜਿਹੜੀ ਸਾਨੂੰ ਮਿਲਦੀ ਆ ਹਵਾ ਦੇ ਵਿੱਚ ਉਹ H2 ਦੀ ਹੀ ਫਾਰਮ 'ਚ ਮਿਲਦੀ ਹੈ। ਤਾਂ H2 ਕਿਉਂਕਿ ਹਾਈਡਰੋਜਨ ਇਜ਼ ਅ ਵੈਰੀ ਰਿਐਕਟਿਵ ਐਟਮ ਤੇ ਉਹ ਆਪਣੇ ਹੀ ਐਟਮ ਦੇ ਨਾਲ ਕਿਰਿਆ ਕਰਕੇ H2 ਦੀ ਫਾਰਮ 'ਚ ਹੀ ਬਣਦਾ, ਜਿੱਦਾਂ ਕਿ ਆਕਸੀਜਨ ਗੈਸ ਵੀ ਰਹਿੰਦੀ ਹੈ। ਆਕਸੀਜਨ, ਨਾਈਟ੍ਰੋਜਨ, ਹਾਈਡਰੋਜਨ, ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ ਆਪਾਂ ਬੱਚਿਓ ਮੋਲੀਕੂਲਰ ਫਾਰਮ 'ਚ ਹੀ ਲੈਣੇ ਆ। H2 N2 O2 F2 Cl2 Br2 I2, ਇਹ ਇੱਦਾਂ ਹੀ ਲੈਣੇ ਆ ਆਪਾਂ। ਇੰਨੀ ਬੱਚਿਓ ਬਸ ਗੱਲ ਯਾਦ ਰੱਖਣੀ ਹੈ। ਦੂਸਰੇ ਪਾਸੇ ਅਗਰ ਹੁਣ ਬੈਲੈਂਸਿੰਗ ਦੇ ਪਾਸੇ ਦੇਖੀਏ ਤਾਂ ਸੋਡੀਅਮ 1 ਆ, ਹਾਈਡਰੋਜਨ 2 ਆ, ਆਕਸੀਜਨ 1 ਆ। ਇੱਧਰਲੇ ਪਾਸੇ ਸੋਡੀਅਮ 1 ਆ, ਹਾਈਡਰੋਜਨ 3 ਆ। ਇੱਕ NaOH ਦੇ ਵਿੱਚ H ਆ ਰਿਹਾ, ਇੱਕ H2 ਦੇ ਵਿੱਚ ਆ ਰਿਹਾ, ਤਾਂ ਕੁੱਲ ਹਾਈਡਰੋਜਨ 3 ਹੋ ਗਏ। ਆਕਸੀਜਨ 1 ਆ, ਤਾਂ ਇਹ ਵੀ ਜਿਹੜੀ ਕਿਰਿਆ ਬੱਚਿਓ ਉਹ ਸੰਤੁਲਿਤ ਨਹੀਂ ਹੈਗੀ। ਤਾਂ ਇਸ ਨੂੰ ਸੰਤੁਲਿਤ ਕਰਨ ਦੇ ਲਈ ਤੁਸੀਂ ਦੇਖੋ ਆਪਾਂ Na ਦੇ ਮੋਰੇ ਵੀ 2 ਲਗਾਤਾ, H2O ਦੇ ਮੋਰੇ ਵੀ 2 ਲਗਾਤਾ ਤੇ NaOH ਦੇ ਮੋਰੇ ਵੀ 2 ਲਗਾ ਦਿੱਤਾ। ਹੁਣ ਜਿਹੜੀ ਰਿਐਕਸ਼ਨ ਆ ਉਹ ਬੈਲੈਂਸ ਹੋ ਚੁੱਕੀ ਹੋਏਗੀ। ਸੋਡੀਅਮ 2 ਆ, ਹਾਈਡਰੋਜਨ ਤੁਸੀਂ ਦੇਖੋਗੇ ਗਿਣੋਗੇ ਤਾਂ 4 ਹੋ ਜਾਣੇ ਆ, ਆਕਸੀਜਨ ਜਿਹੜੇ ਆ ਉਹ 2 ਹੋ ਗਏ। ਇੱਦਾਂ ਹੀ NaOH ਦੇ ਮੋਰੇ 2 ਲਗਾਉਣ ਦੇ ਨਾਲ ਸੋਡੀਅਮ 2 ਹੋ ਗਏ, ਆਕਸੀਜਨ 2 ਹੋ ਗਏ, ਹਾਈਡਰੋਜਨ 2 ਤੇ 2 4 ਹੋ ਗਏ। ਤਾਂ ਇਹ ਜਿਹੜੀ ਕਿਰਿਆ ਬੱਚਿਓ ਉਹ ਸੰਤੁਲਿਤ ਹੋ ਚੁੱਕੀ ਆ। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹ ਵੀ ਕਿਰਿਆ ਸਮਝ ਲੱਗ ਗਈ ਹੋਵੇਗੀ। ਬੱਚਿਓ ਮੈਂ ਫੇਰ ਕਹਿਣਾ ਪਿਆ, ਅਸੀਂ ਜਦੋਂ ਸਕੈਲੇਟਲ ਇਕੁਏਸ਼ਨ ਬਣਾ ਲਈ ਤਾਂ ਫਾਰਮੂਲਿਆਂ ਨਾਲ ਛੇੜਛਾੜ ਨਹੀਂ ਕਰ ਸਕਦੇ। ਫਾਰਮੂਲੇ ਜੋ ਬਣਾਤੇ ਅਸੀਂ ਉਹੀ ਰਹਿਣੇ ਆ। ਇਹਨਾਂ ਦੇ ਫਾਰਮੂਲਿਆਂ ਦੇ ਮੂਹਰੇ ਅਸੀਂ ਜਿਹੜਾ ਆਪਣਾ ਨੂਮੈਰੀਕਲ ਆ ਉਹ ਲਗਾ ਕੇ ਆਪਾਂ ਬੈਲੈਂਸ ਕਰਨੀ ਆ ਆਪਣੀ ਰਸਾਇਣਿਕ ਕਿਰਿਆ। ਨੈਕਸਟ ਬੱਚਿਓ ਅਸੀਂ ਅਗਰ ਦੇਖੀਏ ਹੋਰ ਐਗਜ਼ਾਮਪਲ, ਸੋਡੀਅਮ ਹਾਈਡਰੋਕਸਾਈਡ ਸੋਲਿਊਸ਼ਨ ਇਨ ਵਾਟਰ ਰਿਐਕਟਸ ਵਿਦ HCl ਐਸਿਡ ਇਨ ਵਾਟਰ ਟੂ ਪ੍ਰੋਡਿਊਸ ਸੋਡੀਅਮ ਕਲੋਰਾਈਡ ਸੋਲਿਊਸ਼ਨ ਐਂਡ ਵਾਟਰ। ਹੁਣ ਬੱਚਿਓ ਸੋਡੀਅਮ ਹਾਈਡਰੋਕਸਾਈਡ NaOH ਤੁਸੀਂ ਪਹਿਲਾਂ ਪਿੱਛੇ ਦੇਖ ਕੇ ਆਏ ਆ ਕਿ ਉਹਦਾ ਜਿਹੜਾ ਫਾਰਮੂਲਾ ਉਹ NaOH ਆ। ਦੂਜੇ ਪਾਸੇ ਹਾਈਡਰੋਕਲੋਰਿਕ ਐਸਿਡ HCl, ਹਾਈਡਰੋਜਨ ਦਾ ਕਲੋਰੀਨ ਦੇ ਨਾਲ, ਤਾਂ ਆਪਾਂ HCl ਲਿਖ ਲਿਆ। ਹਾਈਡਰੋਜਨ ਦੀ ਵੈਲੈਂਸੀ ਵੀ 1 ਆ, ਕਲੋਰੀਨ ਦੀ ਵੀ 1 ਹੁੰਦੀ ਆ ਬੱਚਿਓ। ਅਗਰ ਵੈਲੈਂਸੀਜ਼ ਬੱਚਿਓ ਨਹੀਂ ਆਉਂਦੀ ਤਾਂ 9th ਕਲਾਸ ਦਾ 3ਰਾ ਚੈਪਟਰ ਜ਼ਰੂਰ ਪੜ੍ਹੋ, ਕਿਉਂਕਿ ਬਿਨਾਂ ਵੈਲੈਂਸੀਜ਼ ਤੋਂ ਇਹ ਚੀਜ਼ ਨਹੀਂ ਆਉਣ ਵਾਲੀ। ਤਾਂ ਹਾਈਡਰੋਕਲੋਰਿਕ ਐਸਿਡ ਦਾ ਫਾਰਮੂਲਾ ਸਾਡੇ ਕੋਲ ਕੀ ਬਣ ਗਿਆ ਬੱਚਿਓ HCl, ਤੇ NaCl ਦਾ ਵੀ ਇਦਾਂ ਹੀ ਹੈ। NaCl ਦੀ ਸੋਡੀਅਮ ਦੀ ਵੈਲੈਂਸੀ 1, Cl ਦੀ ਵੈਲੈਂਸੀ ਵੀ 1, ਤਾਂ ਕ੍ਰਿਸ ਕ੍ਰੋਸ ਕਰਾਇਆ ਤਾਂ ਸੋਡੀਅਮ ਕਲੋਰਾਈਡ ਦਾ ਫਾਰਮੂਲਾ ਬਣ ਗਿਆ ਸਾਡੇ ਕੋਲ NaCl। ਤਾਂ ਹੁਣ ਅਸੀਂ ਰਿਐਕਸ਼ਨ ਲਿਖ ਸਕਦੇ ਹਾਂ ਬੱਚਿਓ। ਸਭ ਤੋਂ ਪਹਿਲਾਂ ਉਸਨੇ ਕਿਹਾ ਸੋਡੀਅਮ ਹਾਈਡਰੋਕਸਾਈਡ ਰਿਐਕਟ ਵਿਦ ਹਾਈਡਰੋਕਲੋਰਿਕ ਐਸਿਡ, ਤਾਂ ਸੋਡੀਅਮ ਹਾਈਡਰੋਕਸਾਈਡ ਦਾ ਵੀ ਫਾਰਮੂਲਾ ਹੈਗਾ, ਹਾਈਡਰੋਕਲੋਰਿਕ ਐਸਿਡ ਦਾ HCl ਹੋ ਗਿਆ। ਕੀ ਬਣਾਉਂਦੇ ਪਏ ਆ ਤਾਂ ਐਰੋ ਦੇ ਉਧਰਲੇ ਪਾਸੇ NaCl ਤੇ ਵਾਟਰ ਦਾ ਫਾਰਮੂਲਾ H2O। ਇਹ ਰਿਐਕਸ਼ਨ ਬੱਚਿਓ ਤੁਸੀਂ ਅਗਰ ਦੇਖੋਗੇ ਤਾਂ ਰਿਐਕਟੈਂਟ ਵਾਲੀ ਸਾਈਡ ਸੋਡੀਅਮ 1, ਹਾਈਡਰੋਜਨ 2, ਆਕਸੀਜਨ 1, ਕਲੋਰੀਨ 1, ਪ੍ਰੋਡਕਟ ਵਾਲੀ ਸਾਈਡ ਵੀ ਸੋਡੀਅਮ 1, ਹਾਈਡਰੋਜਨ 2, ਆਕਸੀਜਨ 1, ਕਲੋਰੀਨ 1। ਤਾਂ ਇਹ ਰਿਐਕਸ਼ਨ ਜਿਹੜੀ ਆ ਉਹ ਪਹਿਲਾਂ ਤੋਂ ਹੀ ਸੰਤੁਲਿਤ ਆ। ਇਹ ਕਿਰਿਆ ਸੰਤੁਲਿਤ ਹੈ, ਬੈਲੈਂਸ ਆ ਬੱਚਿਓ, ਕਿਉਂਕਿ ਇਹਦੇ ਹੁਣ ਪਹਿਲੇ ਹੀ ਸਕੈਲੇਟਲ ਇਕੁਏਸ਼ਨ ਹੀ ਬੈਲੈਂਸ ਆ, ਤਾਂ ਸਾਨੂੰ ਇਹਦੇ ਅੱਗੇ ਕੁਝ ਵੀ ਨੂਮੈਰੀਕਲ ਡਿਜਿਟ ਲਗਾਉਣ ਦੀ ਬੱਚਿਓ ਕੋਈ ਜ਼ਰੂਰਤ ਨਹੀਂ। ਇਹ ਪਹਿਲਾਂ ਹੀ ਬੈਲੈਂਸ ਆ, ਆਲਰੇਡੀ ਬੈਲੈਂਸਡ ਤੁਸੀਂ ਕਹਿ ਸਕਦੇ ਹੋ। ਲੇਕਿਨ ਇਹਦੇ ਵਿੱਚ ਤੁਹਾਨੂੰ ਬੱਚਿਓ ਸਿਖਾਇਆ ਗਿਆ ਕਿ ਫਾਰਮੂਲੇ ਤੁਹਾਨੂੰ ਜ਼ਰੂਰ ਆਉਣੇ ਚਾਹੀਦੇ। ਫਾਰਮੂਲੇ ਬਹੁਤ ਜ਼ਿਆਦਾ ਬੱਚਿਓ ਮੇਨ ਹੈਗੇ। ਨੈਕਸਟ ਹੋਰ ਸਾਡੇ ਕੋਲ ਹੈਗਾ ਮੈਗਨੀਸ਼ੀਅਮ, ਉਸਨੂੰ ਅਸੀਂ Mg ਕਹਿ ਸਕਦੇ ਹਾਂ।
ਹਾਈਡਰੋਕਲੋਰਿਕ ਐਸਿਡ HCl। ਹੁਣ ਮੈਗਨੀਸ਼ੀਅਮ ਕਲੋਰਾਈਡ ਦਾ ਫਾਰਮੂਲਾ ਬਣਾਉਣ ਲਈ MgCl, ਮੈਗਨੀਸ਼ੀਅਮ ਦੀ ਵੈਲੈਂਸੀ 2, Cl ਦੀ 1, ਤਾਂ ਕ੍ਰਿਸ ਕ੍ਰੋਸ ਕਰਾਇਆ ਆਪਣੇ ਕੋ ਆਨਸਰ ਆ ਗਿਆ ਮੈਗਨੀਸ਼ੀਅਮ ਕਲੋਰਾਈਡ ਦਾ ਬੱਚਿਓ MgCl2, ਤਾਂ ਉੱਥੇ MgCl2 ਪਲੱਸ ਹਾਈਡਰੋਜਨ H2। ਹੁਣ ਇਹ ਰਿਐਕਟੈਂਟ ਵਾਲੀ ਸਾਈਡ ਅਗਰ ਤੁਸੀਂ ਦੇਖੋਗੇ ਤੇ ਪ੍ਰੋਡਕਟ ਵਾਲੀ ਸਾਈਡ ਦੇਖੋਗੇ ਤਾਂ ਰਿਐਕਸ਼ਨ ਜਿਹੜੀ ਆ ਬੱਚਿਓ ਉਹ ਸੰਤੁਲਿਤ ਨਹੀਂ ਹੈਗੀ, ਇਹ ਸਕੈਲੇਟਲ ਇਕੁਏਸ਼ਨ ਜਿਹੜੀ ਆ ਸੰਤੁਲਿਤ ਨਹੀਂ ਹੈਗੀ। ਪਰ ਜਿਹਨੂੰ ਆਪਾਂ ਬੈਲੈਂਸ ਕਰਨਾ ਤਾਂ Mg plus 2HCl gives you MgCl2 plus H2, मतलब HCl ਦੇ ਮੋਰੇ ਅਸੀਂ 2 ਲਗਾ ਦਈਏ ਤਾਂ ਰਿਐਕਟੈਂਟ ਵਾਲੀ ਸਾਈਡ ਮੈਗਨੀਸ਼ੀਅਮ 1 ਹਾਈਡਰੋਜਨ 2 ਕਲੋਰੀਨ 2, ਪ੍ਰੋਡਕਟ ਵਾਲੀ ਸਾਈਡ ਮੈਗਨੀਸ਼ੀਅਮ 1 ਹਾਈਡਰੋਜਨ 2 ਕਲੋਰੀਨ 2, ਤਾਂ ਇਹ ਜਿਹੜੀ ਕਿਰਿਆ ਹੋ ਗਈ ਉਹ ਬੱਚਿਓ ਸੰਤੁਲਿਤ ਹੋ ਗਈ। ਇੱਥੇ 2HCl ਦਾ ਭਾਵ ਬੱਚਿਓ ਬਿਲਕੁਲ ਯਾਦ ਰੱਖਣਾ, मतलब 2 ਵਾਰੀ HCl ਲਿਖ ਕੇ ਦੇਖ ਲਓ, 2HCl मतलब HCl ਮੀਨਸ ਹਾਈਡਰੋਜਨ 2 ਹੋ ਗਏ ਤੇ ਕਲੋਰੀਨ ਵੀ 2 ਹੋ ਗਏ। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਜਿੰਨਾ ਚੈਪਟਰ ਕਰਾਇਆ ਉਹ ਸਾਰਾ ਸਮਝ ਲੱਗ ਗਈ ਹੋਵੇਗੀ। ਥੈਂਕ ਯੂ ਬੱਚਿਓ।